कंदन गुरु अमरदास हृदय नित त्याऊं, हृदय नित त्याऊं। श्री गुरु रामदास गुण गाऊं। गुरु अर्जन विघ्नन के नाशक, विघ्नन के नाशक। श्री हरि गोविंद सुमत परिलासक। श्री हर राय नमो कर जोई, नमो कर जोई। श्री हर कृष्ण मनाऊं बहोरी। गुरु तेग बहादुर परम कृपाला, परम कृपाला। श्री गुरु गोविंद सिंह विशाला। करो तरा पर पुन पुन सीसा, पुन कौन सीसा। बंदो बार बार जगदीशा। एक ओंकार सतगुरु एह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। ਦੋਹਰਾ ਜੀ ਪਿਛਲੇ ਪਹਿਰਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸ ਤਰ੍ਹਾਂ ਮਸੰਦਾਂ ਨੂੰ ਖਤਮ ਕੀਤਾ। ਜਿਹੜੇ ਘੱਟ ਗਲਤੀਆਂ ਕਰਦੇ ਸੀ ਉਹਨਾਂ ਨੂੰ ਸਜ਼ਾਵਾਂ ਦੇ ਕੇ ਛੱਡ ਦਿੱਤਾ, ਤੇ ਜਿਹੜੇ ਬਾਹਲੇ ਖਰਾਬ ਹੋ ਚੁੱਕੇ ਸਨ ਨਾਲੇ ਸੰਗਤਾਂ ਨੂੰ ਤਾੜਦੇ ਸਨ ਅਤੇ ਨਾਲੇ ਗੁਰੂ ਘਰ ਦੇ ਖਜ਼ਾਨੇ ਨੂੰ ਕੁੰਡੀ ਲਾਉਂਦੇ ਸੀ। ਜੋ ਵਸਤੂਆਂ ਆਉਂਦੀਆਂ ਅੱਧੀਆਂ ਘਰੇ ਰੱਖ ਲੈਂਦੇ, ਅੱਧੀਆਂ ਪਹੁੰਚਾਉਂਦੇ ਸਨ। ਸਤਿਗੁਰਾਂ ਨੇ ਉਹਨਾਂ ਸਾਰੇ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ। ਦੁਨੀ ਚੰਦ ਵੀ ਉਹਨਾਂ ਵਿੱਚੋਂ ਹੀ ਇੱਕ ਮਸੰਦ ਸੀ ਅੰਮ੍ਰਿਤਸਰ ਦੇ ਇਲਾਕੇ ਦਾ, ਜਿਹੜਾ ਆਨੰਦਪੁਰ ਸਾਹਿਬ ਦੇ ਕਿਲੇ 'ਚੋਂ ਭੱਜਿਆ ਸੀਗਾ ਹਾਥੀ ਨਾਲ ਲੜਨ ਦਾ ਮਾਰਾ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਇਹਨਾਂ ਮਸੰਦਾਂ ਨੂੰ ਕੁਝ ਸਜ਼ਾ ਦੇ ਕੇ ਅੱਗੇ ਤੋਂ ਤਾੜਨਾ ਕੀਤੀ ਬਈ ਤੁਸੀਂ ਹੁਣ ਸੰਗਤਾਂ ਕੋਲੇ ਦਸੌਂਧ ਇਕੱਠਾ ਕਰਨ ਨਹੀਂ ਜਾਣਾ, ਜੋ ਦੇਣਾ ਸੰਗਤ ਆਪੇ ਲੈ ਕੇ ਆਵੇਗੀ। ਔਰ ਅੱਗੋਂ ਤੋਂ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਬੰਦ ਹੀ ਕਰ ਦਿੱਤਾ। ਸੰਗਤ ਨੂੰ ਡਾਇਰੈਕਟ ਗੁਰੂ ਚਰਨਾਂ ਨਾਲ, ਆਪਣੇ ਚਰਨਾਂ ਨਾਲ ਜੋੜ ਲਿਆ। ਉਸ ਤੋਂ ਅੱਗੇ ਕੀ ਹੋਇਆ, ਇੱਕ ਆਨੰਦ ਚੰਦ ਨਾਮ ਦਾ ਸਿੰਘ ਪਿੱਛੇ ਆਪਾਂ ਸੁਣਦੇ ਆ ਰਹੇ ਹਾਂ ਕਿ ਆਨੰਦ ਚੰਦ ਜਿਹੜਾ ਹੈ ਜੰਗਾਂ ਦੇ ਵਿੱਚ ਵੀ ਅੱਗੇ ਹੋ ਕੇ ਲੜਿਆ, ਮੁਨੀਮ ਵੀ ਰਿਹਾ। ਪਰ ਜਦ ਇਸ ਦਾ ਖਾਤਮਾ ਹੋਇਆ ਜਾਂ ਇਸ ਦੀ ਮੌਤ ਹੋਈ ਜਾਂ ਸ਼ਹੀਦ ਹੋਇਆ, ਉਹਦਾ ਕਾਰਨ ਕੀ ਬਣਿਆ, ਇਹ ਆਪਾਂ ਵਿਚਾਰ ਅੱਜ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੇਰਾ ਕਰਿਓ ਉਦਰ ਬੇਥਾਨ ਹੋਤ ਭਾਈ ਗੁਰ ਖੁਸ਼ੀ ਮਹਾਨ। ਹੁਣ ਇਹਨਾਂ ਮਸੰਦਾਂ ਦੇ ਵਿੱਚੋਂ ਇੱਕ ਮਸੰਦ ਹੋਇਆ ਭਾਈ ਫੇਰੂ। ਇਹ ਕੁਝ ਚੰਗਾ ਬੰਦਾ ਸੀਗਾ। ਇਹ ਗੁਰੂ ਘਰ ਦੇ ਪੈਸੇ ਨੂੰ ਆਪਣੇ ਘਰੇ ਨਹੀਂ ਸੀ ਵਰਤਦਾ। ਇਹਨੇ ਲੰਗਰ ਚਲਾਇਆ ਹੋਇਆ ਸੀ ਅਤੇ ਲੋੜਵੰਦਾਂ ਦੀਆਂ ਲੋੜਾਂ ਉਸ ਪੈਸੇ ਵਿੱਚੋਂ ਪੂਰੀਆਂ ਕਰਦਾ ਰਹਿੰਦਾ। ਭਾਵੇਂ ਪਾਤਸ਼ਾਹ ਜੀ ਕੋਲ ਘੱਟ ਆਉਂਦਾ ਸੀ, ਪਰ ਜਾਨੀ ਜਾਨ ਸਤਿਗੁਰੂ ਸਾਹਿਬ ਜਾਣਦੇ ਸਨ ਕਿ ਭਾਈ ਫੇਰੂ ਜਿਹੜਾ ਇਮਾਨਦਾਰ ਬੰਦਾ ਹੈ। ਇਸ 'ਤੇ ਬਖਸ਼ਾਂ ਕੀਤੀਆਂ। ਇਹਦੇ ਹਾਮੀ ਭਰਨ 'ਤੇ ਕਈ ਮਸੰਦਾਂ ਨੂੰ ਸਤਿਗੁਰਾਂ ਨੇ ਛੱਡ ਵੀ ਦਿੱਤਾ। ਜਦੋਂ ਉਹਨਾਂ ਨੇ ਕਿਹਾ ਜੀ ਇਹ ਤਾਂ ਬੰਦਾ ਠੀਕ ਹੈ, ਉਹਨਾਂ ਦੇ ਕਹਿਣ 'ਤੇ ਕੁਝ ਮਸੰਦਾਂ ਨੂੰ ਪਾਤਸ਼ਾਹ ਜੀ ਨੇ ਛੱਡ ਵੀ ਦਿੱਤਾ ਔਰ ਇਹਨੂੰ ਖੁਸ਼ੇ ਬਖਸ਼ੇ ਸਰੋਪਾ ਦਿੱਤਾ। ਫਿਰ ਸਾਰਿਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਜਗ੍ਹਾ ਮਿਲੀ ਉਤਾਰੇ ਕੀਤੇ ਹਨ। ਸੰਗ ਹੋਏ ਵੱਡ ਦੀਨ ਲੰਘ ਅਪਰਾਧ ਜਿਨ ਹੋ ਮੈਂ ਚੀਨ। ਇਹੋ ਮਸੰਦ ਹੁਣ ਦੀਨ ਭਾਵ ਨਿਮਾਣੇ ਹੋ ਗਏ। ਜਿਸ ਤਰ੍ਹਾਂ ਕੱਲ੍ਹ ਆਪਾਂ ਸਰਵਣ ਕੀਤਾ, ਇੱਕ ਮਸੰਦ ਤਾਂ ਇਸਤਰੀਆਂ ਵਾਲੇ ਕੱਪੜੇ ਪਾ ਕੇ, ਘੱਗਰਾ ਆਦਿ ਪਾ ਕੇ ਘਰੇ ਮਾਤਾਵਾਂ ਕੋਲ ਚਲਿਆ ਗਿਆ, ਜੀ ਸਾਨੂੰ ਬਚਾਓ, ਸਾਨੂੰ ਗੁਰੂ ਸਾਹਿਬ ਮਾਰ ਦੇਣਗੇ।
ਅਸੀਂ ਹੁਣ ਕੀ ਕਰੀਏ? ਤੇ ਮਾਤਾਵਾਂ ਨੇ ਉਸ ਦੀ ਸਿਫਾਰਿਸ਼ ਕਰਕੇ ਪਾਤਸ਼ਾਹ ਜੀ ਤੋਂ ਛੁਡਾ ਦਿੱਤਾ। ਇਸ ਤਰ੍ਹਾਂ ਗੁਰੂ ਪਿਆਰਿਓ, ਹੁਣ ਇਹ ਮਸੰਦਾਂ ਨੂੰ ਇਉਂ ਹੋ ਗਿਆ ਵੀ ਸਾਡੀ ਤਾਂ ਕਮਾਈ ਗਈ, ਹੁਣ ਅਸੀਂ ਕੀ ਖਾਵਾਂਗੇ, ਕੀ ਜਵਾਕਾਂ ਨੂੰ ਖਵਾਵਾਂਗੇ? ਅੱਗੇ ਤਾਂ ਗੁਰੂ ਘਰ ਦੀ ਪੂਜਾ ਦੇ ਵਿੱਚੋਂ ਅੱਧੀ ਘਰੇ ਰੱਖ ਲੈਂਦੇ ਸੀ, ਇਹ ਬੜੇ ਨਿਮਾਣੇ ਹੋ ਗਏ ਜੇ। ਧਿਆਨ ਧਰੇ ਬੰਦੇ ਨਹਿ ਮਾਰੇ, ਲਈ ਨਾ ਸੰਗਤ ਕਾਰ ਅਗਾਰੇ। ਔਰ ਇਹਨਾਂ ਮਸੰਦਾਂ ਨੂੰ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਗ ਦਿੱਤਾ, ਕਹਿੰਦੇ ਹੁਣ ਜਾਓ ਘਰੇ, ਅੱਜ ਤੋਂ ਬਾਅਦ ਤੁਸੀਂ ਸੰਗਤ ਕੋਲੋਂ ਦਸੌਂਦ ਇਕੱਠਾ ਕਰਨ ਨਹੀਂ ਜਾਣਾ, ਅੱਜ ਤੋਂ ਬਾਅਦ ਤੁਹਾਡੀ ਨੌਕਰੀ ਖਤਮ, ਤੁਹਾਡੀ ਡਿਊਟੀ ਖਤਮ, ਤੁਸੀਂ ਹੁਣ ਸਾਡੇ ਮਸੰਦ ਨਹੀਂ ਰਹੇ। ਇਸ ਤਰ੍ਹਾਂ ਸਤਿਗੁਰਾਂ ਨੇ ਫਿਰ ਮਸੰਦਾਂ ਨੂੰ ਖਤਮ ਕਰਕੇ ਕਈਆਂ ਨੂੰ ਵੱਡੀਆਂ ਸਜ਼ਾਵਾਂ ਦੇ ਕੇ, ਕਈਆਂ ਨੂੰ ਝਿੜਕ ਕੇ, ਝਾੜ ਝੰਬ ਕਰਕੇ ਉਹਨਾਂ ਨੂੰ ਤਿਆਗ ਦਿੱਤਾ। ਤੇ ਅੱਗੋਂ ਤੋਂ ਸੰਗਤ ਦੀ ਕਾਰ ਭੇਟਾ ਇਕੱਠੀ ਕਰਨ ਦਾ ਕੰਮ ਵੀ ਬੰਦ ਕਰ ਦਿੱਤਾ ਹੈ ਜੀ। 1 ਸਾਲ ਕੀ ਲੱਖ ਵਡਿਆਈ, ਰਾਮਦਾਸ ਗੁਰ ਸੇਵਕ ਮਾਈ। ਇੱਕ ਭਾਈ ਸਾਲੋ ਵੀ ਗੁਰੂ ਕਾ ਮਸੰਦ ਸੀ, ਜਿਵੇਂ ਭਾਈ ਬਹਿਲੋ 5ਵੇਂ ਪਾਤਸ਼ਾਹ ਜੀ ਦੇ ਸਮੇਂ ਆਇਆ। ਇਸ ਨੇ ਗੁਰੂ ਪਿਆਰਿਓ ਗੁਰੂ ਘਰ ਦੀਆਂ ਇੱਟਾਂ ਪਕਾਉਣ ਦੇ ਬਹੁਤ ਮਿਹਨਤ ਕੀਤੀ, ਬੜੀ ਸੇਵਾ ਕੀਤੀ। ਇਸ ਦੇ ਆਵੇ ਚੰਗੇ ਪੱਕਦੇ, ਕਿਉਂਕਿ ਜ਼ਿਆਦਾਤਰ ਉਸ ਤਾਂ ਆਵਿਆਂ ਵਿੱਚ ਇਹ ਗੋਹਾ ਇਕੱਠਾ ਕਰਕੇ, ਭਾਵ ਪਾਥੀਆਂ ਸੁੱਕੇ ਗੋਹੇ ਵਿੱਚ ਪਾਉਂਦਾ, ਜਿਸ ਨਾਲ ਇੱਟਾਂ ਲਾਲ ਪੱਕਦੀਆਂ। ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ, ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਹਰਿਮੰਦਰ ਸਾਹਿਬ ਦੀ ਰਚਨਾ ਹੋ ਰਹੀ ਸੀ, ਸਰੋਵਰਾਂ ਦੀ ਰਚਨਾ ਹੋ ਰਹੀ ਸੀ, ਤਾਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਵਰ ਦਿੱਤੇ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ, ਇਹ ਅੱਗੇ ਹੈ, 1 ਨੰਬਰ ਤੇ ਹੈ, ਇਹ ਭਾਈ ਸਾਲੋ ਵੀ ਉਹਨਾਂ ਚੋਂ ਹੀ ਹੈ। ਤੋ ਇਸ ਨੂੰ ਰਾਮਦਾਸ ਗੁਰੂ ਘਰ ਚੋਂ ਵਡਿਆਈ ਮਿਲੀ ਆ ਚੌਥੇ ਪਾਤਸ਼ਾਹ ਜੀ ਦੇ ਕੋਲੋਂ। ਇਸ ਕਰਕੇ ਸਤਿਗੁਰਾਂ ਨੇ ਇਹ ਤੇ ਵੀ ਕਿਰਪਾ ਕੀਤੀ ਹੈ। ਦੁਨੀ ਚੰਦ ਤਿਸ ਪੋਤਾ ਜਾਨੋ, ਹਦਿਓ ਨਾ ਸੋ ਬੰਦਿਓ ਨਹਿ ਅਨੋ। ਭਾਈ ਸਾਲੋ ਦਾ ਪੋਤਰਾ ਹੁਣ ਮਸੰਦ ਸੀ 10ਵੇਂ ਪਾਤਸ਼ਾਹ ਵੇਲੇ, ਭਾਈ ਸਾਲੋ ਚੌਥੇ ਪਾਤਸ਼ਾਹ ਵੇਲੇ ਹੋਇਆ। ਤੋ ਇਸ ਦਾ ਪੋਤਰਾ ਦੁਨੀ ਚੰਦ ਮਸੰਦ ਸੀਗਾ, ਜਿਹੜਾ ਪਾਤਸ਼ਾਹ ਜੀ ਨੇ ਇਸ ਨੂੰ ਕੋਈ ਝਿੜਕ ਵੀ ਨਾ ਮਾਰੀ, ਇਹਨੂੰ ਸਜ਼ਾ ਵੀ ਨਾ ਦਿੱਤੀ ਔਰ ਇਹਨੂੰ ਬੰਨਿਆ ਵੀ ਨਹੀਂ। ਸ਼੍ਰੀ ਅਨੰਦਪੁਰ ਸ਼੍ਰੀ ਅੰਮ੍ਰਿਤਸਰ ਬਾਸ ਸਦਾਈ, ਕਾਰ ਲੇਤ ਮਾਝੇ ਸਮੁਦਾਇ। ਔਰ ਗੁਰੂ ਪਿਆਰਿਓ, ਹੁਣ ਇਹ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਦਾ ਰਿਹਾ ਤੇ ਕਾਰ ਭੇਟਾ ਇਕੱਠੀ ਕਰਦਾ ਰਿਹਾ ਜੇ। ਨੰਦ ਚੰਦ ਸੰਗਰ ਮੈਂ ਜੁਦਾ, ਲਰਿਓ ਰਿਪਨ ਸੋ ਧਾਰ ਧਾਰ ਕ੍ਰੋਧਾ। ਇੱਕ ਸਤਿਗੁਰਾਂ ਨਾਲ ਇੱਕ ਸੂਰਮਾ ਯੋਧਾ ਹੁੰਦਾ ਸੀਗਾ। ਜਦੋਂ 5 ਭਾਈ ਬੀਬੀ ਬੀਰੋ ਦੇ ਪੁੱਤਰ ਸਨ, ਨੰਦ ਚੰਦ ਵੀ ਉਦੋਂ ਨਾਲ ਹੁੰਦਾ ਸੀ। ਪਿੱਛੇ ਦਇਆ ਰਾਮ ਦੀ ਸਾਖੀ ਆਈ, ਇਹ ਬ੍ਰਾਹਮਣ ਸੀਗਾ ਦਇਆ ਰਾਮ। ਇਹ ਕਾਫੀ ਯੋਧੇ ਸਤਿਗੁਰਾਂ ਦੇ ਹਮੇਸ਼ਾ ਨਾਲ ਰਹਿਣ ਵਾਲੇ ਸਨ, ਜਿਨ੍ਹਾਂ 'ਚੋਂ ਇੱਕ ਆਨੰਦ ਚੰਦ ਸੀ। ਇਸ ਨੂੰ ਸਤਿਗੁਰਾਂ ਨੇ ਆਪਣਾ ਮੁਨੀਮ ਵੀ ਰੱਖਿਆ ਹਿਸਾਬ ਕਿਤਾਬ ਵਾਸਤੇ, ਜਿਹੜਾ ਜੰਗਾਂ ਯੁੱਧਾਂ ਵਿੱਚ ਚੰਗਾ ਲੜਿਆ ਜੀ। ਰਾਖ ਨਿਕਟ ਸੋ ਨਾਹੇ ਨਾ ਮਾਰਾ, ਤਉ ਤਿਸ ਭਾਵੀ ਪਕੜ ਸੰਘਾਰਾ। ਔਰ ਭਾਵੀ ਹੁੰਦੀ ਆ ਹੋਣੀ, ਜਿਹੜੀ ਟਲਦੀ ਨਹੀਂ ਕਦੇ। ਉਸ ਭਾਵੀ ਨੇ ਇਸ ਆਨੰਦ ਚੰਦ ਨੂੰ ਮਾਰ ਲਿਆ। ਗੁਰੂ ਸਾਹਿਬ ਨੇ ਇਹਨੂੰ ਮਾਫ ਕਰ ਦਿੱਤਾ, ਬਖਸ਼ ਦਿੱਤਾ। ਸਤਿਗੁਰਾਂ ਨੇ ਇਸ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ, ਪਰ ਭਾਵੀ ਟਲਦੀ ਨਹੀਂ। ਕਿਉਂ ਯਾਰ ਗਈ ਮਸੰਦਨ ਕੇਰੀ, ਜਿਨੋ ਸਕੀਲੀ ਕਾਰ ਕਨੇਰੀ। ਇਉਂ ਜਿਹੜੇ ਮਸੰਦਾਂ ਨੇ ਗੁਰੂ ਘਰ ਦੇ ਇਸ ਮਾਇਆ ਨੂੰ, ਗੁਰੂ ਘਰ ਦੇ ਚੜਾਵੇ ਨੂੰ ਕੁੰਡੀ ਲਾਈ ਸੀ ਨਾ, ਉਹਨਾਂ ਮਸੰਦਾਂ ਦੀਆਂ ਜੜ੍ਹਾਂ ਪੱਟ ਦਿੱਤੀਆਂ, ਭਾਵ ਉਹਨਾਂ ਨੂੰ ਸਿੱਖੀ ਵਿੱਚੋਂ ਫਾਸੇ ਕਰ ਦਿੱਤਾ ਔਰ ਸਿੱਖ ਸੰਗਤਾਂ ਨੂੰ ਸਿੱਧਾ ਆਪਣੇ ਨਾਲ ਜੋੜ ਲਿਆ, ਜਿਨ੍ਹਾਂ ਨੇ ਕਾਰ ਭੇਟਾ ਨੂੰ ਚੋਰੀ ਕਰਕੇ ਆਪਣੇ ਘਰ ਰੱਖਿਆ ਸੀ। ਸੰਗਤ ਪੰਕਤ ਦੁਖਦਾਨੀ, ਗੁਰ ਗੋਬਿੰਦ ਸਿੰਘ ਕੀਨੇ ਹਾਨੀ। ਔਰ ਗੁਰੂ ਪਿਆਰਿਓ, ਪਾਤਸ਼ਾਹ ਜੀ ਦਾ ਕਵਚਨ ਹੈ, ਖਲਕ ਦੁਖਾਵੇ ਖਾਲਕੀ, ਤਿਸ ਪਰ ਕੋਪੈ ਸੋਏ। ਜੇ ਕੋਈ ਜਨਤਾ ਨੂੰ ਦੁੱਖ ਦਿੰਦਾ ਨਾ, ਤੇ ਜਨਤਾ ਪਰਮੇਸ਼ਰ ਦੀ ਹੈ, ਤੇ ਪਰਮੇਸ਼ਰ ਉਸ ਤੇ ਬੜਾ ਗੁੱਸਾ ਕੱਢਦਾ। ਫਿਰ ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂਆਂ ਨੂੰ ਸੰਗਤ ਬੜੀ ਪਿਆਰੀ ਹੈ। ਜਿਹੜਾ ਸੰਗਤ ਨੂੰ ਦੁੱਖ ਦਿੰਦਾ, ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਨਹੀਂ ਛੱਡਿਆਗਾ, ਚਾਹੇ ਉਹ ਕੋਈ ਵੀ ਸੀ। ਸਿੱਖ ਸੰਗਤ ਪੰਗਤ ਦੁਖਦਾਨੀ, ਸਿੱਖ ਸੰਗਤਾਂ ਨੂੰ ਦੁੱਖ ਦੇਣ ਵਾਲੇ ਮਸੰਦ
गुरु गोबिंद सिंह कीने सब हानि सब खत्म कर देते रे। नंद चंद की वार्ता सुनिए भयो विनाश, राखे पीसो ना रहे भावी भई प्रकाश। भाई नंद चंद ਜਿਹੜਾ ਪਿਛਲੇ ਸਮਿਆਂ ਵਿੱਚ ਕੁਝ ਜੰਗਾਂ ਯੁੱਧਾਂ ਵਿੱਚ ਚੰਗੇ ਨੇ ਹੱਥ ਦਿਖਾਏ ਸੀ ਦੁਸ਼ਮਣ ਨੂੰ, ਕਹਿੰਦੇ ਇਸ ਨੂੰ ਸਤਿਗੁਰਾਂ ਨੇ ਤਾਂ ਨਹੀਂ ਕੁਝ ਕਿਹਾ, ਪਰ ਇਸ ਨੂੰ ਹੋਣੀ ਨੇ ਮਾਰ ਦਿੱਤਾ ਹੈ। ਕਿਵੇਂ ਮਾਰਿਆ? ਉਤੇ ਉਦਾਸੀ ਸਾਧ ਸੁਜਾਨਾ, ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਉਦਾਸੀ ਸਾਧ ਹੁੰਦੇ ਸਨ ਗੁਰੂ ਪਿਆਰਿਓ, ਕਹਿੰਦੇ ਉਹਨਾਂ ਨੇ ਆਪਣੇ ਹੱਥਾਂ ਨਾਲ ਇੱਕ ਗ੍ਰੰਥ ਲਿਖਿਆ। ਪੂਰਨ ਕਰ ਆਨੰਦਪੁਰ ਆਏ, ਇਕ ਤੋ ਦਰਸ਼ਨ ਚਾਉ ਵਿਦਧਾਏ। ਹੁਣ ਉਹਨਾਂ ਉਦਾਸੀਆਂ ਦਾ ਵੀ ਗੁਰੂ ਨਾਲ ਪਿਆਰ ਸੀਗਾ, ਕਿਉਂਕਿ ਇਹਨਾਂ ਉਦਾਸੀਆਂ ਦੇ ਵੱਡੇ ਉਦਾਸੀ ਨੇ ਕਿਰਪਾਲ ਦਾਸ ਨੇ ਇੱਕ ਵਾਰੀ ਹਯਾਤ ਖਾਨ ਨੂੰ ਛੋਟੇ ਦੇ ਨਾਲ ਹੀ ਮਾਰਨਾ ਕੀਤਾ ਸੀਗਾ। ਤੋ ਪਾਤਸ਼ਾਹ ਨੇ ਕਿਹਾ ਸੀਗਾ ਉਦਾਸੀਆਂ ਦੀ ਵੀ ਗੁਰੂ ਘਰ 'ਚ ਜੜ ਰਹਿ ਗਈ ਹੈ ਭਾਈ। ਬਾਕੀ ਉਦਾਸੀ ਭਾਵੇਂ ਭੱਜ ਗਏ ਸੀ, ਪਰ ਕਿਰਪਾਲ ਦਾਸ ਰਹਿ ਗਿਆ ਸੀ। ਇਹ ਉਦਾਸੀ ਇੱਕ ਸੁੰਦਰ ਗ੍ਰੰਥ ਲਿਖ ਕੇ ਲਿਆਇਆ ਤੇ ਆਨੰਦਪੁਰ ਸਾਹਿਬ ਆਇਆ। ਇਹਨੇ ਸਲਾਹ ਕੀਤੀ ਵੀ ਨਾਲੇ ਤਾਂ ਕਰਾਂਗੇ ਦਰਸ਼ਨ, ਅੱਖਰ ਸਤਿਗੁਰ ਕਰਕੇ ਲਿਖਦਾ ਹੈ ਢਿਗ ਬਿਨਤੀ ਕਰਕੇ। ਦੂਸਰਾ ਗੁਰੂ ਸਾਹਿਬ ਦੇ ਜਿਹੜੇ ਹੈ ਸੈਨ ਲਵਾਂਗੇ, ਦਸਖਤ ਲਵਾਂਗੇ ਸਤਿਗੁਰਾਂ ਦੇ ਕੋਲੋਂ, ਕੁਝ ਇਹਦੇ ਉੱਤੇ ਲਿਖਾਵਾਂਗੇ ਆਪਣੇ ਗ੍ਰੰਥ ਉੱਤੇ, ਤਾਂ ਤੇ ਮੇਰੇ ਕੋਲੇ ਗੁਰੂ ਸਾਹਿਬ ਦੇ ਅੱਖਰਾਂ ਦੀ ਨਿਸ਼ਾਨੀ ਰਹਿ ਜਾਵੇ। ਇਹ ਨਹੀਂ ਉਹ ਗ੍ਰੰਥ ਲਿਆ ਕਰਕੇ ਦਸਵੇਂ ਪਾਤਸ਼ਾਹ ਜੀ ਨੂੰ ਦਿਖਾਉਣਾ ਸੀ ਤੇ ਗੁਰੂ ਕੋਲੋਂ ਉਸਨੇ ਸੈਨ ਕਰਵਾਉਣੇ ਸਨ। ਉਹਨਾਂ ਕੁਝੋਂ ਉਸ ਗ੍ਰੰਥ ਦੇ ਪਰਥਾਏ ਕੁਝ ਨਾ ਕੁਝ ਆਗਿਆ ਲੈਣੀ ਸੀ, ਕੁਝ ਲਿਖਵਾਉਣਾ ਸੀ। ਨੰਦ ਚੰਦ ਕੋ ਮਿਲੇ ਸੁਆਏ, ਨਿਜ ਕਾਰਜ ਕੋ ਦਇਓ ਸੁਨਾਏ। ਔਰ ਇਸ ਉਦਾਸੀ ਸਾਧੂ ਨੇ ਜਦੋਂ ਇਹ ਗੁਰੂ ਘਰ 'ਚ ਪਹੁੰਚਿਆ ਤੇ ਅੱਗੋਂ ਇਹਨੂੰ ਪਤਾ ਸੀ ਕਿ ਨੰਦ ਚੰਦ ਗੁਰੂ ਘਰ ਦਾ ਸਿੱਖ ਪ੍ਰਬੰਧਕ ਹੈ। ਮਸੰਦ ਦਾ ਮਤਲਬ ਇਹ ਜ਼ਰੂਰੀ ਨਹੀਂ ਕਿ ਮਸੰਦ ਜਿਹੜੇ ਬਾਹਰ ਰਹਿੰਦੇ ਉਹੀ ਮਸੰਦ ਸਨ, ਜਿਹੜੇ ਵਿੱਚ ਰਹਿੰਦੇ ਆ ਗੁਰੂ ਘਰ ਦੇ ਉਹ ਵੀ ਮਸੰਦ ਸਨ। ਮਸੰਦ ਦਾ ਮਤਲਬ ਹੁੰਦਾ ਜਿਹੜਾ ਗੁਰੂ ਘਰ ਨਾਲ ਪੱਕੇ ਤੌਰ 'ਤੇ ਜੁੜਿਆ। ਮਸਨਦ ਕਹਿੰਦੇ ਆ ਦੇਹਲੀ ਨੂੰ, ਜਿਹੜੀ ਗੇਟ ਦੀ ਦੇਹਲੀ ਆ, ਜਿਹੜਾ ਇਸ ਦੇਹੜੀ ਨਾਲ ਪੱਕਾ ਜੁੜਿਆ ਹੋਇਆ ਉਹਨੂੰ ਕਹਿੰਦੇ ਆ ਮਸੰਦ। ਕਹੋ ਸਤਨਾਮ ਸ੍ਰੀ। ਮਸੰਦ ਸ਼ਬਦ ਚੰਗਾ ਹੁੰਦਾ ਸੀਗਾ, ਪਰ ਜਦੋਂ ਬੰਦੇ ਦੇ ਕਰਮ ਮਾੜੇ ਹੋ ਜਾਣ ਉਹਦਾ ਨਾਮ ਵੀ ਮਾੜਾ ਲੱਗਣ ਲੱਗ ਜਾਂਦਾ ਹੈ। ਇਸ ਕਰਕੇ ਮਸੰਦਾਂ ਦਾ ਸ਼ਬਦ ਸਾਨੂੰ ਹੁਣ ਹੋਰੂ ਜਿਹਾ ਲੱਗਦਾ, ਕਿਉਂਕਿ ਇਹਨਾਂ ਮਸੰਦਾਂ ਨੇ ਨੁਕਸਾਨ ਬਹੁਤ ਕੀਤਾ ਸਿੱਖੀ ਦਾ। ਭਾਵੇਂ ਗੁਰੂ ਸਾਹਿਬ ਨੇ ਇਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇੱਕ ਆਨੰਦ ਚੰਦ ਨਾਮ ਦਾ ਮਸੰਦ ਵੀ ਗੁਰੂ ਘਰ 'ਚ ਹੈ, ਜਿਹਨੇ ਜੰਗਾਂ ਯੁੱਧਾਂ ਵਿੱਚ ਚੰਗੇ ਕੰਮ ਕੀਤੇ ਹਨ। ਲਿਖਿਓ ਗ੍ਰੰਥ ਸਾਹਿਬ ਹਮਾਚੇ, ਦਸਖਤ ਪ੍ਰਭ ਕੇ ਇਸ ਨਾ ਬਾਚੇ। ਉਹਨੇ ਆ ਕੇ ਆਨੰਦ ਚੰਦ ਨੂੰ ਮਿਲਣਾ ਕੀਤਾ, ਕਹਿੰਦਾ ਭਾਈ ਸਾਹਿਬ ਜੀ ਅਸੀਂ ਗ੍ਰੰਥ ਲਿਖਿਆ, ਗੁਰੂ ਦੀ ਮਹਿਮਾ ਕੀਤੀ ਹੈ, ਸਿਫਤ ਕੀਤੀ ਹੈ, ਅਸੀਂ ਚਾਹੁੰਦੇ ਹਾਂ ਇਹਦੇ ਵਿੱਚ ਗੁਰੂ ਸਾਹਿਬ ਆਪਣੇ ਸੈਨ ਕਰ ਦੇਣ, ਕੁਝ ਇਹਦੇ ਬਾਰੇ ਲਿਖ ਦੇਣ ਆਪਣੇ ਵੱਲੋਂ। ਹਮ ਤੇ ਕਹਿਓ ਜਾਏ ਕਿਮ ਨਾਹੀ, ਤੁਮ ਕਹੀਏ ਰਹਤਾ ਨਿਤ ਪਾਹੀ। ਉਦਾਸੀ ਕਹਿੰਦਾ ਵੀ ਸਾਨੂੰ ਗੁਰੂ ਸਾਹਿਬ ਨਾਲ ਗੱਲ ਕਰਨੀ ਬਹੁਤ ਔਖੀ ਜੀ ਲੱਗਦੀ ਹੈ, ਤੁਸੀਂ ਤਾਂ ਕੋਲੇ ਰਹਿੰਦੇ ਹੋ, ਕਿਰਪਾ ਕਰਕੇ ਇਸ ਗ੍ਰੰਥ ਉੱਤੇ ਪਾਤਸ਼ਾਹ ਤੋਂ ਸੈਨ ਕਰਵਾ ਦਿਓ ਸਾਨੂੰ। ਨੰਦ ਚੰਦ ਸੋ ਗ੍ਰੰਥ ਮੰਗਾਇਓ, ਸੁੰਦਰ ਲਿਖਤ ਦੇਖ ਬਿਰਮਾਇਓ। ਔਰ ਨੰਦ ਚੰਦ ਕਹਿਣ ਲੱਗਿਆ ਤੇਰਾ ਗ੍ਰੰਥ ਦਿਖਾ ਸਾਨੂੰ। ਤੇ ਜਦ ਗ੍ਰੰਥ ਉਸਨੇ ਖੋਲ ਕੇ ਪੜ੍ਹਨਾ ਕੀਤਾ, ਵਿੱਚੋਂ ਵਿੱਚੋਂ ਦੇਖਣਾ ਕੀਤਾ, ਉਹਦਾ ਮਨ ਬੇਈਮਾਨ ਹੋ ਗਿਆ ਜੀ। ਆਪ ਰਖਣ ਕੋ ਇੱਛਾ ਠਾਨੀ, ਸਾਧਨ ਸੰਗ ਪਣੀ ਬਨ ਬਾਨੀ। ਦੇਖੋ ਗੁਰੂ ਪਿਆਰਿਓ, ਹੋਣੀ ਜਿਹੜੀ ਟਲਦੀ ਨਹੀਂ। ਰਾਜਾ ਜਨਮੇਜਾ ਇਹ ਅਰਜਨ ਦਾ ਅੱਗੇ ਚੱਲ ਕੇ ਪੋਤਰਾ ਪੜਪੋਤਰਾ ਹੋਇਆ। ਕਹੋ ਸਤਨਾਮ ਸ੍ਰੀ। ਤੇ ਇੱਕ ਦਿਨ ਜਨਮੇਜਾ ਆਪਣੇ ਕੁਲ ਗੁਰੂ ਨੂੰ, ਰਾਜਗੁਰੂ ਨੂੰ ਕਹਿੰਦਾ ਵੀ ਜਦ ਪਤਾ ਸੀਗਾ ਸਾਡੇ ਪਾਂਡਵਾਂ ਕੌਰਵਾਂ ਨੂੰ ਬਈ ਜੂਆ ਖੇਡਣਾ ਹੈ ਤੇ ਨੁਕਸਾਨ ਹੋਣਾ, ਉਹਨਾਂ ਨੇ ਕਿਉਂ ਜੂਆ ਖੇਡਿਆ, ਕਿਉਂ ਜੰਗ ਕੀਤੇ? ਉਹਦਾ ਰਿਸ਼ੀ ਰਾਜਗੁਰੂ ਕਹਿਣ ਲੱਗਿਆ ਇਹ ਜਿਹੜੀ ਹੈ ਨਾ ਭਾਵੀ ਹੋਣੀ ਹੈ ਟਲਿਆ ਨਹੀਂ ਕਰਦੀ। ਕਹੋ ਸਤਨਾਮ ਸੀ। ਕਹਿੰਦਾ ਜੇ ਬੰਦੇ ਨੂੰ ਪਤਾ ਲੱਗ ਜੇ ਟਲੇ ਕਿਵੇਂ ਨਾ, ਬੰਦਾ ਟਾਲ ਸਕਦਾ? ਉਹ ਕਹਿੰਦੇ ਨਹੀਂ ਟਲਦੀ ਹੁੰਦੀ ਕਈ ਵਾਰੀ। ਉਹਨੇ ਜਿਰਿਆ ਕੀਤੀ ਆਪਣੇ ਰਾਜਗੁਰੂ ਨਾਲ। ਉਹ ਕਹਿੰਦਾ ਚੰਗਾ ਲਾ ਤੈਨੂੰ ਦੱਸ ਦਿੰਨੇ ਆ, ਤੂੰ ਟਾਲ ਕੇ ਦੇਖ ਲਾ।
ਕਹਿਣ ਲੱਗਿਆ ਕਿਸ ਤਰ੍ਹਾਂ? ਕਹਿੰਦਾ ਤੂੰ ਰਾਜਾ ਹੈ, ਤੂੰ ਜੰਗਲ ਵੀ ਜਾਵੇਂਗਾ ਕਾਲੇ ਘੋੜੇ ਤੇ ਚੜ੍ਹ ਕੇ, ਉੱਥੇ ਤੈਨੂੰ ਇੱਕ ਬੜੀ ਸੁੰਦਰ ਇਸਤਰੀ ਮਿਲੇਗੀ, ਤੂੰ ਉਹਨੂੰ ਘਰੇ ਲਿਆਵੇਂਗਾ, ਰਾਣੀ ਬਣਾਵੇਂਗਾ, ਫਿਰ ਉਹਦੇ ਮਗਰ ਲਾ ਕੇ ਤੂੰ ਵੱਡਾ ਪਾਰਟੀ ਕਰੇਗਾ, ਤੁਸੀਂ ਪਾਰਟੀ ਕਹਿੰਦੇ ਹੋ, ਉਦੋਂ ਜੱਗ ਕਹਿੰਦੇ ਜੱਗ ਕਰੇਗਾ, ਔਰ ਜੱਗ ਦੇ ਵਿੱਚ ਤੂੰ ਬ੍ਰਾਹਮਣਾਂ ਨੂੰ ਸੱਦੇਗਾ, ਤੇ ਜਦ ਬ੍ਰਾਹਮਣ ਆਏ ਤੇ ਉੱਥੇ ਐਸੀ ਘਟਨਾ ਘਟਣੀ ਹੈ, ਉਸ ਇਸਤਰੀ ਦਾ ਕੱਪੜਾ ਉੱਡ ਜਾਣਾ ਸਰੀਰ ਤੋਂ, ਸਾੜੀ ਦਾ, ਤੇ ਬ੍ਰਾਹਮਣਾਂ ਨੇ ਹੱਸ ਪੈਣਾ, ਤੇ ਤੂੰ ਲੈਂਦੇ ਨੇ ਕਈ ਬਾਹਮਣ ਮਾਰ ਦੇਣੇ ਆ, ਫਿਰ ਤੈਨੂੰ ਬ੍ਰਹਮ ਹੱਤਿਆ ਦਾ ਜਿਹੜਾ ਦੋਸ਼ ਲੱਗੂ ਬੰਦਿਆਂ ਨੂੰ ਮਾਰਨ ਦਾ, ਫਿਰ ਤੇਰਾ ਦੋਸ਼ ਓਨਾ ਚਿਰ ਨਹੀਂ ਲੈਣਾ ਜਿੰਨਾ ਚਿਰ ਤੂੰ ਆਪਣੇ ਵੱਡਿਆਂ ਦੀ ਕਥਾ ਨਾ ਸੁਣੇਗਾ। ਕਹੋ ਸਤਨਾਮ ਸਿੰਘ। ਕਹਿਣ ਲੱਗਿਆ ਮੈਂ ਘੋੜਾ ਹੀ ਨਹੀਂ ਲੈਂਦਾ। ਕਹਿੰਦਾ ਨਾ ਲਵੇਂ ਤਾਂ ਚੰਗੀ ਗੱਲ ਆ, ਪਰ ਲਵੇਂਗਾ। ਹੋਇਆ ਕੀ, ਇਹਨੇ ਘੋੜਾ ਤਾਂ ਨਾ ਖਰੀਦਿਆ, ਇਹਦੇ ਘਰੇ ਘੋੜੀ ਨੇ ਸੋ ਕੇ ਬਸ਼ੇਰਾ ਕਾਲਾ ਦੇ ਦਿੱਤਾ। ਕਹੋ ਸਤਨਾਮ ਸਿੰਘ। ਉਹ ਬਸ਼ੇਰਾ ਵੱਡਾ ਹੋਇਆ, ਉਹਨੂੰ ਚੜ੍ਹਨ ਵਾਲਾ ਤਿਆਰ ਕੀਤਾ, ਤੇ ਇਸ ਤੇ ਚੜ੍ਹ ਕੇ ਇੱਕ ਦਿਨ ਸ਼ਿਕਾਰ ਖੇਡਣ ਚਲਿਆ ਗਿਆ। ਉਹ ਇਸਤਰੀ ਮਿਲ ਗਈ, ਇਸਤਰੀ ਲਿਆਇਆ ਘਰੇ, ਰਾਣੀ ਬਣਾ ਲਈ। ਉਹ ਕਹਿਣ ਲੱਗੀ ਆਪਾਂ ਪਾਰਟੀ ਕਰੀਏ, ਆਪਾਂ ਜੱਗ ਕਰੀਏ, ਲੋਕਾਂ ਨੂੰ ਸੱਦ ਕੇ। ਆਪਣਾ ਵਿਆਹ ਹੋਇਆ, ਉਹਨੇ ਪਾਰਟੀ ਕੀਤੀ ਤੇ ਬਹੁਤ ਸਾਰੇ ਬ੍ਰਾਹਮਣ ਆਏ, ਔਰ ਬ੍ਰਾਹਮਣ ਜਦ ਆਏ ਤੇ ਬ੍ਰਾਹਮਣਾਂ ਨੇ ਭੋਜਨ ਛਕਣਾ ਸ਼ੁਰੂ ਕੀਤਾ, ਤੇ ਗੱਲ ਉਹੀ ਚੱਲੀ। ਹਨੇਰੀ ਆਈ ਮਾੜੀ ਮੋਟੀ, ਉਹਦਾ ਕੱਪੜਾ ਉੱਡਿਆ, ਬ੍ਰਾਹਮਣ ਕੁਝ ਵੇਖਣ ਵਾਲੇ ਹੱਸ ਪਏ, ਤੇ ਇਹਦੇ ਹੱਥ ਵਿੱਚ ਤਲਵਾਰ ਸੀਗੀ, ਤੇ ਕੱਢ ਕੇ ਲੈਂਦੇ ਨੇ 18 ਬਾਹਮਣ ਵੱਢ ਦਿੱਤੇ। ਕਹੋ ਸਤਨਾਮ ਸਿੰਘ। ਇਹਦੇ ਕੁਲਗੁਰੂ ਨੇ ਰੋਕਿਆ ਵੀ ਤੂੰ ਭਲਿਆ ਮਾਨਸਾ ਹੈ, ਕੀ ਕਰਦਾ, ਇਹ ਤਾਂ ਗਲਤ ਕੰਮ ਹੈ, ਤੂੰ ਇਹਨਾਂ ਨੂੰ ਮਾਰਨਾ। ਕਹਿੰਦਾ ਮੈਂ ਤਾਂ ਮਾਰੂੰਗਾ, ਮੈਂ ਲੰਗਰ ਛਕਾ ਰਿਹਾ ਸ਼ਰਧਾ, ਨਾਲੇ ਮਜ਼ਾਕ ਕਰਦੇ ਆ ਸਾਨੂੰ। ਕਹਿੰਦੇ ਮਾਰਨਾ, ਇਹਨਾਂ ਦੇ ਕੇਸ ਕੱਟ ਕੇ ਇਹਨਾਂ ਨੂੰ ਘੋਣ ਮੋਣ ਕਰਕੇ ਦੇਸ਼ ਨਿਕਾਲਾ ਦੇ ਦੇ। ਉਦੋਂ ਸਜ਼ਾ ਹੁੰਦੀ ਸੀ ਕੇਸ ਕੱਟਣੇ, ਹੁਣ ਲੋਕਾਂ ਨੇ ਸ਼ੌਂਕ ਬਣਾ ਲਿਆ। ਕਹੋ ਸਤਨਾਮ ਸ੍ਰੀ। ਤਾਂ ਗੁਰੂ ਪਿਆਰੋ ਜਨਮੇਜੇ ਨੇ ਉਹਨਾਂ ਨੂੰ ਤਾਂ ਕੇਸ ਕੱਟ ਕੇ ਦੇਸ਼ ਨਿਕਾਲਾ ਦੇ ਦਿੱਤਾ, ਪਰ ਇਹਨੂੰ ਕੋਹੜ ਹੋ ਗਿਆ। ਹੁਣ ਉਹ ਕੋਹੜ ਹਟਾਉਣ ਵਾਸਤੇ ਇਸ ਨੇ ਆਪਣੇ ਵੱਡਿਆਂ ਦੀ ਕਥਾ ਸੁਣਨੀ ਸ਼ੁਰੂ ਕੀਤੀ, ਤੇ ਇਹਦਾ ਜਿਹੜਾ ਕਥਾ ਸੁਣਾਉਣ ਵਾਲਾ ਮੁਖੀ ਸੀਗਾ ਰਾਜ ਰਿਸ਼ੀ, ਉਹ ਕਹਿਣ ਲੱਗਿਆ ਗੱਲ ਸੁਣ ਲੈ, ਪਹਿਲਾਂ ਆਪਣੇ ਵੱਡਿਆਂ ਤੇ ਟੀਕਾ ਟਿੱਪਣੀ ਨਹੀਂ ਕਰੀ ਦੀ, ਤੇਰਾ ਕੋਹੜ ਹਟ ਜਾਊਗਾ ਜੇ ਤੂੰ ਐਂਡ ਤੱਕ 7 ਬਚਨ ਕਹੀ ਚੱਲੇ। ਕਹੋ ਸਤਨਾਮ ਸਿੰਘ। ਤੇ ਜਿੱਥੇ ਤੂੰ ਸ਼ੰਕਾ ਕਰ ਲਿਆ ਤੇ ਉੱਥੇ ਕੋਹੜ ਖੜ ਜਾਣਾ, ਤੇ ਫਿਰ ਤੂੰ ਇਹਦੇ ਨਾਲ ਹੀ ਮਰਨਾ। ਉਹ ਕਹਿਣ ਲੱਗਾ ਨਹੀਂ, ਮੈਨੂੰ ਸ਼ੰਕਾ ਕਰਨ ਦੀ ਕੀ ਲੋੜ ਹੈ। ਕਥਾ ਚਲਾਤੀ ਸਾਰੀ, ਪਾਂਡਵਾਂ ਦੀ ਕੌਰਵਾਂ ਦੀ ਸੁਣਾਉਣੀ ਸ਼ੁਰੂ ਕੀਤੀ। ਅਖੀਰ ਤੇ ਉਹ ਰਿਸ਼ੀ ਨੇ ਕਿਹਾ ਤੁਹਾਡੇ ਵੱਡੇ ਭੀਮ ਚੰਦ ਐਡੇ ਤਕੜੇ ਹੋਏ ਆ, ਜਿਹਨੇ ਹਾਥੀ ਨੂੰ ਸੁੰਡ ਤੋਂ ਫੜ ਕੇ ਕਾਸ਼ਾਂ ਵਿੱਚ ਵਗਾਤਾ, ਹਜੇ ਥੱਲੇ ਨਹੀਂ ਡਿੱਗੇ। ਕਹਿੰਦਾ ਯਾਰ ਇਹ ਤਾਂ ਨਹੀਂ ਹੋ ਸਕਦਾ। ਕਹੋ ਸਤਨਾਮ ਸਿੰਘ। ਉਹ ਰਿਸ਼ੀ ਕਹਿੰਦਾ ਬਸ ਹੁਣ ਤੇਰੇ ਨੱਕ ਦੇ ਵਿੱਚ ਫੋੜਾ ਰਹਿ ਗਿਆ ਸੀਗਾ, ਹੁਣ ਇਹ ਹਟਣਾ ਨਹੀਂਗਾ, ਤੇ ਇਹਦੇ ਨਾਲ ਹੀ ਤੂੰ ਮਰੇਗਾ। ਕਹੋ ਸਤਨਾਮ ਸਿੰਘ। ਜਿੰਨਾ ਮਰਜ਼ੀ ਜ਼ੋਰ ਲਾ ਲਾ, ਉਹਨੇ ਸ਼ੰਕਾ ਕੀਤਾ, ਤੇ ਉਸ ਤੋਂ ਬਾਅਦ ਉਹ ਹੋਣੀ ਨੇ, ਉਸ ਭਾਵੀ ਨੇ ਜਿਵੇਂ ਜਨਮੇਜੇ ਨੂੰ ਮਾਰਨਾ ਸੀ ਮਾਰਨਾ ਹੀ ਸੀਗਾ, ਇਹਨੂੰ ਕੋਈ ਟਾਲ ਨਹੀਂ ਸਕਦਾ ਗਾ, ਭਾਵੇਂ ਕਥਾ ਕਹਾਣੀ ਆਪਾਂ ਸਰਵਣ ਕੀਤੀ। ਇਸੇ ਤਰ੍ਹਾਂ ਆਨੰਦ ਚੰਦ ਗੁਰੂ ਘਰ ਦੇ ਵਿੱਚ ਇੱਕ ਬਹੁਤ ਸਤਿਕਾਰਯੋਗ ਬੰਦਾ ਸੀ, ਪਰ ਆਹ ਕੀ ਹੋ ਗਿਆ, ਇੱਕ ਸਾਧ ਦਾ ਗ੍ਰੰਥ ਦੇਖ ਕੇ ਉਸ ਤੇ ਮਨ ਬੇਈਮਾਨ ਹੋ ਗਿਆ, ਔਰ ਇਹਨੂੰ ਆਪਣੇ ਕੋਲ ਰੱਖਣ ਦੀ ਸਲਾਹ ਕਰ ਲਈ ਜੀ। ਔਰ ਉਹ ਕਹਿਣ ਲੱਗਿਆ ਮੈਨੂੰ ਗ੍ਰੰਥ ਫੜਾਓ, ਮੈਂ ਗੁਰੂ ਕੋਲ ਜਾਣਾ, ਜਿੰਨਾ ਚਿਰ ਨਹੀਂ ਆਉਂਦਾ ਮੈਨੂੰ ਉਡੀਕੀ। ਕਹਿੰਦਾ ਟਾਈਮ ਲੱਗ ਸਕਦਾ, ਮੈਂ ਜਾਣਾ ਗੁਰੂ ਸਾਹਿਬ ਕੋਲੇ, ਬੇਨਤੀ ਕਰਦਾ ਔਰ ਤੇਰਾ ਕੰਮ ਕਰਵਾ ਦੇਵਾਂਗਾ। ਹੁਣ ਸਾਧ ਨੇ ਗੁਰੂ ਪਿਆਰਿਓ ਉਡੀਕਣਾ ਕੀਤਾ, ਉਦਣੀ ਉਡੀਕੇ, ਆਥਣ ਤੱਕ ਨਾ ਆਇਆ। 2 ਦਿਨ 3 ਦਿਨ ਕਈ ਦਿਨ ਬੀਤ ਗਏ। ਇਸ ਤਰ੍ਹਾਂ ਉਹ ਸਾਧ ਰੋਜ਼ ਆਉਂਦਾ ਵੀ ਕਿੱਥੇ ਆਨੰਦ ਚੰਦ, ਮੈਂ ਗ੍ਰੰਥ ਲੈਣਾ। ਬੀਤਿਓ ਮਾਸ ਸਾਧ ਨਿਤ ਆਵੈ, ਨਿਤ ਕਾਰਜ ਸਿਮਰਨ ਕਰਵਾਵੈ। ਉਹ ਰੋਜ਼ ਆਉਂਦਾ ਗੁਰੂ ਪਿਆਰਿਓ। 1 ਮਹੀਨਾ ਬਤੀਤ ਹੋ ਗਿਆ, ਕਿਉਂਕਿ ਇਹਦਾ ਮਨ ਉਸ ਗ੍ਰੰਥ ਨੂੰ ਰੱਖਣ ਦੇ ਵਿੱਚ ਲੱਗ ਗਿਆ ਹੈ ਜੀ। ਦਿਨ ਹੋ ਸੰਗ ਕਹੈ, ਨਹਿ ਵਿਕਾਸ ਮੋਹਿ ਕੋ ਲਹੈ। ਔਰ
ਬਹਾਨੇ ਮਾਰਨ ਲੱਗ ਗਿਆ। ਕਦੇ ਕਹਿੰਦਾ ਗੁਰੂ ਸਾਹਿਬ ਦਾ ਸਮਾਂ ਨਹੀਂ ਲੱਗਿਆ, ਕਦੇ ਕਹਿੰਦਾ ਮੇਰਾ ਸਮਾਂ ਨਹੀਂ ਲੱਗਿਆ। ਧਰਹੁ ਧੀਰ ਮੈਂ ਦਿਉ ਲਿਖਵਾਏ, ਜਗ ਹੈ ਦਿਲ ਕੋ ਦਿਆਲ ਸੁਭਾਏ। ਔਰ ਜਦੋਂ ਮੈਂ ਪਾਤਸ਼ਾਹ ਨੂੰ ਮੂਡ 'ਚ ਦੇਖਾਂਗਾ ਦਸਤਖਤ ਕਰਨ ਦੇ, ਉਦੋਂ ਮੈਂ ਕਰਵਾ ਦਿਆਂਗਾ। ਦਿਨ ਦੁਇ ਚਾਰ ਦੇਖੀਐ ਔਰ ਲਿਖੈ ਬਚਨ ਸੋਢੀ ਸਿਰ ਮੋਰ। 2-4 ਦਿਨ ਟਿਕ ਇੱਥੇ ਮੈਂ ਲਿਖਵਾ ਦਿੰਦਾ ਹਾਂ। ਸੁਣ ਕਰ ਸਾਧ ਗਏ ਨਿਜ ਡੇਰੇ, ਕੇਤਕ ਦਿਨ ਬਿਤਾਹੇਂਗੇ ਫੇਰੇ। ਔਰ ਸਾਧ ਨੇ ਕਈ ਦਿਨ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਉਤਾਰਾ ਕੀਤਾ ਉੱਥੇ ਬਤੀਤ ਕੀਤੇ ਹਨ। ਆਲਾ ਡਾਲਾ ਕਰ ਪੁਨ ਮੋਰੇ, ਇਸ ਪ੍ਰਕਾਰ ਦਿਨ ਬਿਤੇ ਨਾ ਥੋਰੇ। ਆਓ ਆਲ ਟਾਲ ਟਾਲ ਮਟੋਲ ਕਰਦੇ ਆ, ਕਈ ਦਿਨ ਇਹਨੇ ਫਿਰ ਬਤੀਤ ਕਰ ਦਿੱਤੇ। ਅਵਤ ਜਾਤੇ ਖਾਸਟ ਮਹੀਨੇ, ਕਰੇ ਬਿਤਾਵਨ ਗ੍ਰੰਥ ਨਾ ਦੀਨੇ। ਮਹੀਨਾ 2 ਮਹੀਨੇ 4 ਮਹੀਨੇ ਸਮਾਂ ਬਤੀਤ ਹੁੰਦਾ ਗਿਆ, ਪਰ ਇਹਨੇ ਮੁੜ ਕੇ ਉਹਨੂੰ ਗ੍ਰੰਥ ਕਹਿੰਦੇ ਨਹੀਂ ਮੋੜਿਆ ਜੀ। ਆਜ ਕਾਲ ਕੋ ਦੇਤ ਬਤਾਈ, ਸ਼੍ਰੀ ਗੁਰ ਤੇਨ ਸਹੀ ਪਵਾਈ। ਅੱਜ ਕੱਲ ਕਰਦੇ ਆ ਇਸ ਨੇ ਨਾ ਗੁਰੂ ਸਾਹਿਬ ਕੋਲ ਜਾਣਾ ਕੀਤਾ, ਨਾ ਉਹਨੂੰ ਗ੍ਰੰਥ ਮੋੜਨ ਦਾ ਇਰਾਦਾ ਸੀ ਇਸ ਦਾ। ਰਾਖੋ ਗ੍ਰੰਥ ਪਾਸ ਮੈਂ ਆਪਣੇ, ਸਾਧਨ ਕੋ ਨ ਦੇਵੋ ਸੁਪਨੇ। ਇਹਨੇ ਤਾਂ ਮਨ ਵਿੱਚ ਧਾਰ ਲਿਆ ਵੀ ਇਹ ਗ੍ਰੰਥ ਸਾਧਾਂ ਨੂੰ ਮੋੜ ਕੇ ਹੁਣ ਦੇਣਾ ਹੀ ਨਹੀਂਗਾ। ਆਛੀ ਲਿਖਤ ਘਾਟ ਵੱਡ ਨਾਹੀ, ਲਿਖਿਓ ਨਾ ਜਾਏ ਅਪਰ ਕੈ ਪਾਹੀ। ਬੜਾ ਸੁੰਦਰ ਗਿਆਨਵਾਨ ਚੀਜ਼ਾਂ ਲਿਖੀਆਂ, ਇਹ ਬਹੁਤ ਸੁੰਦਰ ਲਿਖਿਆ, ਹੁਣ ਮੈਂ ਇਹ ਉਹਨੂੰ ਵਾਪਸ ਨਹੀਂ ਦੇਣਾ। ਅਨੇਕ ਦਿਵਸ ਸਾਧ ਚੱਲ ਗਏ, ਕੁਛ ਕਠੋਰ ਬਦ ਬੋਲਤ ਗਏ। ਅਖੀਰ ਗੁਰੂ ਪਿਆਰੋ ਸਾਧਾਂ ਨੂੰ ਪਤਾ ਲੱਗ ਗਿਆ ਵੀ ਇਹ ਬੇਈਮਾਨ ਹੋ ਗਿਆ, ਸਾਡਾ ਗ੍ਰੰਥ ਇਹਨੇ ਨੱਪ ਲਿਆ, ਹੁਣ ਇਹ ਦਿੰਦਾ ਨਹੀਂ। ਤੇ ਜਾਂਦੇ ਜਾਂਦੇ ਸਾਧ ਇਹਨੂੰ ਕੁਝ ਐਸੇ ਬਚਨ ਕਹਿ ਗਏ। ਸੁਣ ਕੇ ਕਹਿਓ ਔਰ ਲਿਖ ਲੀਜੈ, ਲਾਗਤ ਮੈਂ ਦੇਵ ਹੋ ਕਹਿ ਦੀਜੈ। ਉਹ ਸਾਧ ਨੂੰ ਕਹਿੰਦਾ ਵੀ ਤੂੰ ਦੁਬਾਰੇ ਹੋਰ ਲਿਖ ਲੈ, ਜਿਹੜਾ ਖਰਚਾ ਆਊਗਾ ਮੈਥੋਂ ਲੈ ਲਈ, ਇਹ ਗ੍ਰੰਥਾਂ ਨਹੀਂ ਮੈਂ ਦਿੰਦਾ। ਲਿਖਿਆ ਨੂੰ ਤਿਸ ਪਰ ਗੁਰ ਦਸਖਤ, ਮੈਂ ਕਰਵਾਏ ਦਿਓ ਭਾਰ ਹਰਖਤ। ਤੂੰ ਹੋਰ ਲਿਖ ਕੇ ਲਿਆ, ਮੈਂ ਉਸ ਤੇ ਸਾਈਨ ਕਰਵਾ ਦੂੰਗਾ, ਇਹ ਤਾਂ ਨਹੀਂ ਮੈਂ ਦਿੰਦਾ। ਹੁਣ ਕਹਿੰਦਾ ਲੈ ਕਰ ਜਾਹੋ ਆਪਣੇ ਡੇਰੇ, ਰਹਿਬੋ ਉਚਿਤ ਨਹੀਂ ਇਸ ਬੇਰੇ। ਹੁਣ ਤੂੰ ਚਲਿਆ ਜਾ ਤੇ ਜਾ ਕੇ ਹੋਰ ਲਿਖ ਕੇ ਲਿਆ, ਫਿਰ ਸਾਈਨ ਕਰਵਾ ਦੂੰਗਾ, ਫਿਰ ਤੂੰ ਲੈ ਜਾਈ। ਮਹਿਮਾਨ ਮੈਂ ਦਿਓ ਕਢਾਏ, ਨਾ ਤਰੇ ਜਾਹੋ ਸੋ ਦਰਬ ਦਿਵਾਏ। ਕਹਿਣ ਲੱਗਿਆ ਤੂੰ ਚਲਿਆ ਜਾ ਇੱਥੋਂ, ਨਹੀਂ ਮੈਂ ਤੈਨੂੰ ਕਢਵਾ ਦੂੰਗਾ, ਤੇ ਜਾਂ ਫਿਰ ਉਹਦਾ ਖਰਚਾ ਲੈ ਜਾ, ਗ੍ਰੰਥ ਦਾ ਜਿੰਨਾ ਲੱਗਿਆ ਮੈਂ ਨਹੀਂ ਦਿੰਦਾ। ਸਾਧ ਗਰੀਬ ਸੁਣਤ ਦੁਖ ਪਾਇਓ, ਦਿਸੇ ਬਹੁਤ ਪਰ ਬਸ ਨਾ ਬਸਾਇਓ। ਉਹ ਸਾਧੂ ਬੜਾ ਦੁਖੀ ਹੋਇਆ ਵਿਚਾਰਾ, ਗਰੀਬ ਸਾਧ, ਔਰ ਇਹਨਾਂ ਨੇ ਬੜਾ ਗੁੱਸਾ ਕੀਤਾ ਉਸ ਤੇ। ਇੱਕ ਦਿਨ ਸਾਹਿਬ ਚੜੇ ਅਖੇਰ, ਕਰੀ ਪੁਕਾਰ ਹੋਏ ਤਬ ਨੇਰ। ਇੱਕ ਦਿਨ ਸਤਿਗੁਰੂ ਸ਼ਿਕਾਰ ਖੇਡਣ ਚੱਲੇ ਤੇ ਕਿਤੇ ਅੱਗੋਂ ਸਾਧੂ ਟੱਕਰ ਗਿਆ। ਉਹਨੇ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ ਜੀ। ਪ੍ਰਭ ਸੇਵਕ ਤਬੈ ਪਠਾਇਓ, ਸੁਣ ਕੇ ਸਭ ਪਰ ਸੰਗ ਸੁਆਇਓ। ਔਰ ਸਤਿਗੁਰਾਂ ਨੂੰ ਜਦ ਪਤਾ ਲੱਗਿਆ, ਉਹਨੇ ਇੱਕ ਸਿੱਖ ਨੂੰ ਕਿਹਾ ਜਾਓ ਨੰਦ ਚੰਦ ਨੂੰ ਸਦਕੇ ਲਿਆਓ। ਨੰਦ ਚੰਦ ਢਿਗ ਗ੍ਰੰਥ ਬਤਾਵੈ, ਬਲ ਤੇ ਦੇਤ ਨਹੀਂ ਡਰ ਪਾਵੈ। ਉਹ ਨੰਦ ਚੰਦ ਕੋਲੇ ਗ੍ਰੰਥ ਹੈ ਕੋਈ ਸਾਧ ਰਾਮ ਦਾ, ਉਹ ਇਹਨੂੰ ਦੇਵਾਉਣਾ ਹੈ, ਉਹਨੂੰ ਲੈ ਕੇ ਆਓ। ਤਬ ਗੁਰ ਇਕ ਨਰ ਸੰਗ ਪਠਾਇਓ, ਦੇਵੋ ਦਿਵਾਈ ਪ੍ਰਭੂ ਫਰਮਾਇਓ। ਔਰ ਉਹ ਸਾਧ ਦੇ ਨਾਲ ਇੱਕ ਸਿੱਖ ਭੇਜਤਾ, ਕਹਿੰਦੇ ਜਾਓ ਉਹਨੂੰ ਕਹੋ ਵੀ ਇਹਦਾ ਗ੍ਰੰਥ ਮੋੜ ਦੇ। ਨੰਦ ਚੰਦ ਕੇ ਨਿਕਟ ਗਏ ਹੈ, ਦੇਹੋ ਗ੍ਰੰਥ ਗੁਰ ਕਹਿਤ ਭਾਏ ਹੈ। ਸਿੱਖ ਨੇ ਜਾ ਕੇ ਨੰਦ ਚੰਦ ਨੂੰ ਕਿਹਾ ਭਾਈ ਤੂੰ ਇਹ ਸਭ ਦਾ ਗ੍ਰੰਥ ਰੱਖਿਆ ਹੋਇਆ, ਇਹਨੂੰ ਮੋੜ ਦੇ। ਸੁਣ ਕੇ ਕਹਿਓ ਨਹੀਂ ਮੈਂ ਰਾਖੋ, ਆਗੇ ਹੀ ਦੇ ਨੂੰ ਅਪਲਾਖੋ। ਉਹ ਕਹਿਣ ਲੱਗਿਆ ਮੈਂ ਨਹੀਂ ਰੱਖਾਂਗਾ, ਮੈਂ ਤਾਂ ਪਹਿਲਾਂ ਹੀ ਦੇਣ ਦੀ ਸਲਾਹ ਕੀਤੀ ਹੋਈ ਆ, ਡਰ ਗਿਆ ਵੀ ਗੁਰੂ ਕੋਲੇ ਗੱਲ ਪਹੁੰਚ ਗਈ ਹੁਣ। ਕਹੋ ਤੂੰ ਜਾਏ ਹੁਕਮ ਤੁਮ ਪਾਏ, ਦਿਓ ਉਤਾਏ ਨ ਰਖਿਓ ਨਾ ਕਾਏ। ਜਾ ਕੇ ਦੱਸ ਦੇ ਗੁਰੂ ਸਾਹਿਬ ਨੂੰ ਕਿ ਮੈਂ ਦੇ ਦਿੱਤਾ ਹੈ। ਗੁਰ ਸੇਵਕ ਸੋ ਕਹਿ ਬਾਤਾ, ਸਾਧਨ ਸਾਧ ਭਣਿਓ ਇਸ ਭਾਂਤਾ। ਉਹ ਸਿੱਖ ਮੁੜ ਗਿਆ ਤੇ ਸਾਧ ਖੜਾ ਰਹਿ ਗਿਆ। ਹੁਣ ਸੋਚਿਆ ਚੱਲ ਫੜਾ ਦੂਗਾ, ਚਲੇ ਜਾਣਗੇ, ਪਰ ਮਗਰੋਂ ਸਾਧ ਨੂੰ ਕਹਿੰਦਾ
ਕਹਿਓ ਡਹਿਕਤ ਤੁਮ ਫਿਰੋ ਕਨੇਰੇ ਆਏ ਪ੍ਰਤਾਪ ਲੈ ਗਨਮ ਹੁੰਡੇਰੇ। ਉਹ ਕਹਿੰਦਾ ਕਿਉਂ ਤੂੰ ਯਾਰ ਭਟਕਦਾ ਫਿਰਦਾ ਹੈ? ਤੜਕੇ ਆ ਜੀ ਲੈ ਜੀ ਆਪਦਾ ਗ੍ਰੰਥ। ਸੋ ਬਾਸਰੇ ਮਟਾਰਨ ਕੀਨਾ ਗਏ ਸਾਧ ਤਿਨ ਕੋ ਡਰ ਦੀਨਾ। ਔਰ ਸਾਧ ਵਿਚਾਰੇ ਆਪਣੇ ਡੇਰੇ ਵਿੱਚ ਫਿਰ ਚਲੇ ਗਏ ਵੀ ਚੱਲ ਕੱਲ ਨੂੰ ਲੈ ਲਾਂਗੇ ਭਾਈ। ਭਲਾ ਚਾਹੋ ਪਰ ਤਿਆਗ ਸਿਧਾਰੋ ਜੇ ਅਬ ਕੇ ਗੁਰ ਪਾਸ ਪੁਕਾਰੋ। ਉਹ ਦੂਜੇ ਦਿਨ ਆਇਆ ਤੇ ਫੇਰ ਡਰਾਤਾ ਸਾਧ ਨੂੰ, ਕਹਿੰਦੇ ਭਲਾ ਚਾਹਣਾ ਤੇ ਭੱਗ ਜਾ ਇੱਥੋਂ, ਨਹੀਂ ਜੇ ਦੁਬਾਰੇ ਗੁਰੂ ਸਾਹਿਬ ਨੂੰ ਦੱਸਿਆ ਤੇ ਤੈਨੂੰ ਸਜ਼ਾ ਕਰ ਦਿਆਂਗੇ। ਕੈਦ ਪਰ ਹੋਗੇ ਛੁਟ ਹੋ ਨਾਹੀ ਕਸ਼ਟ ਸਹੋ ਕਾਰਾਗ੍ਰਹਿ ਮਾਹੀ। ਔਰ ਤੈਨੂੰ ਅਸੀਂ ਜੇਲ੍ਹ ਵਿੱਚ ਸਿੱਟ ਦਿਆਂਗੇ। ਇਤਿਆਦਿਕ ਕਹਿ ਤਾੜਨ ਕਰੇ ਦੇਤ ਧਕੇਲਾ ਵਹਿਰਨ ਕਰੇ। ਗੁਰੂ ਪਿਆਰਿਓ, ਮਨੁੱਖ ਦਾ ਮਨ ਬੇਈਮਾਨ ਨਾ ਹੋਵੇ ਤੇ ਲੱਖਾਂ ਤੇ ਨਾ ਹੋਵੇ ਤੇ ਹੋ ਜੇ ਤੇ 5 ਰੁਪਈਆਂ ਤੇ ਹੋ ਜੇ। ਕੋਈ ਸਤਨਾਮ। ਕਹਿੰਦੇ ਕਿਸੇ ਨੂੰ ਕਿਸੇ ਦੀ ਡਿੱਗੇ ਹੋਏ ਪੈਸਿਆਂ ਦੀ ਗੁੱਟੀ ਲੱਭ ਗਈ, 5-5 ਦੇ ਨੋਟਾਂ ਦੀ ਗੁੱਟੀ ਸੀਗੀ, ਖੁੱਲੇ ਨੋਟ ਸੀ ਵੈਸੇ ਉਹ ਇੰਨੇ ਸਾਰੇ, ਤੇ ਉਹ ਮੋੜਨ ਚਲਿਆ ਗਿਆ ਇਮਾਨਦਾਰੀ ਵਿਖਾਉਂਦਾ ਹੋਇਆ, ਕਹਿੰਦਾ ਭਾਈ ਸਾਹਿਬ ਆ ਤੁਹਾਡੇ ਪੈਸੇ ਉੱਥੇ ਡਿੱਗ ਪਏ ਸੀ ਜਾਂ ਰਹਿ ਗਏ ਸੀ, ਮੈਂ ਚੱਕ ਲਿਆਂਦੇ। ਉਹ ਫੜਨ ਲੱਗਿਆ, ਕਹਿੰਦਾ ਜੀ ਬਹੁਤ ਬਹੁਤ ਧੰਨਵਾਦ। ਕਹਿੰਦੇ ਗਿਣ ਲਓ ਭਾਈ ਸਾਹਿਬ ਪੂਰੇ ਹੀ ਹੈ। ਉਹ ਚੈੱਕ ਜੇ ਕਰਨ ਲੱਗਿਆ, ਹੱਥ ਚੱਕ ਨੋਟ ਡਿੱਗ ਪਿਆ। ਉਹਨੂੰ ਪਤਾ ਤਾਂ ਲੱਗ ਗਿਆ ਪਰ ਗਿਣੀ ਗਿਆ, ਤੇ ਦੇਣ ਵਾਲੇ ਨੇ ਉਸ ਤੇ ਪੈਰ ਰੱਖ ਲਿਆ 5 ਦੇ ਨੋਟ ਤੇ। ਕੋ ਸਤਨਾਮ। ਉਹ ਕਹਿੰਦਾ ਭਲਿਆ ਮਾਨਸਾ ਤੂੰ ਸਾਰੇ ਦਾ ਮੋੜਨ ਆ ਗਿਆ ਤੇ 5 ਰੁਪਈਆਂ ਤੇ ਬੇਈਮਾਨ ਹੋ ਗਿਆ, ਤੂੰ ਇਹ ਸਾਰੀ ਰੱਖ ਲੈਂਦਾ। ਕੋ ਸਤਨਾਮ। ਮਨ ਰਾਜਾ ਮਨ ਮੰਗਤਾ ਮਨ ਸਾਧੂ ਮਨ ਚੋਰ, ਮਨ ਕੇ ਮਤੇ ਨਾ ਚਾਲੀਏ ਮਨ ਪਲਕ ਪਲਕ ਵਿੱਚ। ਹੋਰ ਇਹਦਾ ਮਨ ਦਾ ਪਤਾ ਨਹੀਂ ਕਿੱਥੇ ਜਾ ਕੇ ਬੇਈਮਾਨ ਹੋ ਜੇ। ਨਿੱਕੀ ਜੀ ਗੱਲ ਤੇ ਕਹਿੰਦੇ ਆਨੰਦ ਚੰਦ ਇਦਾਂ ਦਾ ਸੁਭਾਅ ਬਣਾ ਕੇ ਬਹਿ ਗਿਆ। ਉਹਨੂੰ ਕਹਿਣ ਲੱਗਿਆ ਤੂੰ ਚਲਿਆ ਜਾ। ਵਿਚਾਰੇ ਸਾਧ ਕੀ ਕਰਦੇ? ਗਾਰ ਨਿਕਾਰਤ ਬਹੁ ਦਰਸਕਾਰੇ ਕਰੋ ਪੁਕਾਰ ਤਾਂ ਹੋਵਹਿਗੇ ਮਾਰੇ। ਕਹਿੰਦਾ ਜੇ ਦੁਬਾਰੇ ਗਿਆ ਗੁਰੂ ਸਾਹਿਬ ਕੋਲੇ ਤੈਨੂੰ ਕੁੱਟਾਂਗੇ ਅਸੀਂ। ਦੁਖੀ ਭਏ ਕੋ ਛਪ ਛਪ ਰਹੇ ਨਿਜ ਦੁਖ ਕਿਸਹੂ ਪਾਸ ਨਾ ਕਹੇ। ਉਹ ਸਾਧ ਵਿਚਾਰਾ ਦੁਖੀ ਹੋ ਗਿਆ ਵੀ ਮਸਾ ਮੈਂ ਲਿਖਿਆ ਸੀਗਾ ਔਰ ਇਹ ਦਿੰਦਾ ਨਹੀਂ ਹੁਣ, ਪਰ ਲੁਕਦਾ ਰਿਹਾ ਵੀ ਕਿਤੇ ਸਾਨੂੰ ਕੁੱਟਣ ਵੀ ਨਾ। ਬਿਤਿਓ ਮਾਸ ਗੁਰ ਭੇ ਸਵਾਰ ਪਹੁੰਚੇ ਉੱਚੇ ਕਰਤ ਪੁਕਾਰ। ਤਾਂ 1 ਮਹੀਨਾ ਫਿਰ ਕਹਿੰਦੇ ਬਤੀਤ ਹੋ ਗਿਆ। ਗੁਰੂ ਜੀ ਦੇ ਕੋਲ ਘੋੜੇ ਤੇ ਸਵਾਰ ਹੋਏ ਤਾਂ ਉਹਨਾਂ ਦੇ ਕੋਲ ਪਹੁੰਚ ਕੇ ਬੜੀ ਉੱਚੀ ਪੁਕਾਰ ਕੀਤੀ। ਅੱਜ ਫਿਰ ਆਨੰਦ ਚੰਦ ਕੁਛ ਤਰਾਸ ਨਾ ਮਾਨਿਓ ਫੇਰ ਹੁਕਮ ਜੋ ਆਪ ਬਖਾਨਿਓ। ਸਾਧ ਕਹਿੰਦਾ ਮਹਾਰਾਜ ਆਨੰਦ ਚੰਦ ਨੇ ਤੁਹਾਡਾ ਹੁਕਮ ਨਹੀਂ ਮੰਨਿਆ, ਮੋੜ ਦਿੱਤਾ ਹੈ। ਕਰਤ ਟਾਲ ਸੋ ਗ੍ਰੰਥ ਨਾ ਦੇਤ ਤਰਾਸਤ ਹਮੇਸ਼ ਰਾਖਣ ਹੇਤ। ਮਹਾਰਾਜ ਉਹ ਟਾਲ ਮਟੋਲ ਕਰਦਾ ਰਹਿੰਦਾ ਹੈ, ਮੈਨੂੰ ਡਰਾਉਂਦਾ ਹੈ ਤੇ ਮੈਨੂੰ ਲੱਗਦਾ ਹੈ ਉਹ ਗ੍ਰੰਥ ਮੇਰਾ ਦਿੰਦਾ ਨਹੀਂ। हे ਪ੍ਰਭੂ ਕਿਰਪਾ ਕਰੋ ਇਮ ਜਾਪੇ ਲਿਹੋ ਮੰਗਾਏ ਪ੍ਰਭੂ ਦੇਹ ਵਾਪੇ। ਕਹਿੰਦਾ ਮਹਾਰਾਜ ਪਹਿਲਾਂ ਤੁਸੀਂ ਉਹਦੇ ਕੋਲੋਂ ਆਪਦੇ ਕੋਲੇ ਮੰਗਵਾਓ ਫਿਰ ਤੁਸੀਂ ਮੈਨੂੰ ਦਿਓ, ਐ ਤਾਂ ਮੈਨੂੰ ਉਹ ਦਿੰਦਾ ਨਹੀਂ। ਗਾਰ ਨਿਕਾਰ ਤੁਮਾਰਨ ਤਿਆਰਾ ਗ੍ਰਹਿ ਆਪਣੇ ਤਨ ਗ੍ਰੰਥ ਸੰਭਾਰਾ। ਔਰ ਮਹਾਰਾਜ ਉਹ ਤਾਂ ਮੈਨੂੰ ਗਾਲਾਂ ਕੱਢਦਾ, ਕੁੱਟਣ ਨੂੰ ਤਿਆਰ ਹੈ ਔਰ ਗ੍ਰੰਥ ਉਹਨੇ ਆਪਣੇ ਘਰੇ ਲੁਕੋ ਛੱਡਿਆ। ਸੁਣ ਪੁਕਾਰ ਸਾਧਨ ਕੀ ਫੇਰ ਜਾਣ ਦੁਸ਼ਮਨ ਕੁਪੇ ਕਨੇਰ। ਸਤਿਗੁਰੂ ਬੜੇ ਦੀਨ ਦਿਆਲੂ ਕਿਰਪਾਲੂ ਗੁਰੂ ਪਿਆਰਿਓ, ਸਭ ਤੇ ਦਇਆ ਕਰਨ ਵਾਲੇ ਸਾਧੂ ਦੀ ਬਿਰਥਾ ਸੁਣ ਕੇ ਗੁੱਸੇ 'ਚ ਆ ਗਏ। ਲੈ ਸਿੰਘਨ ਕੋ ਭਾਗ ਪਠਾਇਓ ਸਮੈ ਬਿਨਾਸ਼ ਕਿਥੋਂ ਤੋ ਆਇਓ। ਔਰ 2 ਸਿੰਘਾਂ ਨੂੰ ਫਿਰ ਭੇਜਿਆ ਔਰ ਉਹਨੂੰ ਜਾ ਕੇ ਸਮਝਾਓ ਤੇਰਾ ਸਮਾਂ ਮਾੜਾ ਆ ਗਿਆ, ਲੱਗਦਾ ਤੂੰ ਕਿੱਧਰ ਪੁੱਠੇ ਪਾਸੇ ਚੱਲ ਪਿਆ ਗ੍ਰੰਥ ਪਿੱਛੇ, ਇਹਨੂੰ ਗ੍ਰੰਥ ਦੇ ਦੇ। ਜਬਰੀ ਕਰੇ ਗ੍ਰੰਥ ਇਨ ਛੀਨਾ ਬਹੁਰ ਹੁਕਮ ਕੋ ਮੇਟਣ ਕੀਨਾ। ਔਰ ਜ਼ਬਰਦਸਤੀ ਕਰਕੇ ਇਹ ਗ੍ਰੰਥ ਸਾਹਿਬ ਨੇ ਮੰਗਵਾ ਲਿਆ ਉਹਦੇ ਕੋਲੋਂ, ਪਰ ਉਸ ਨੇ ਗੁਰੂ ਦਾ ਹੁਕਮ ਜਿਹੜਾ ਹੈ ਮੇਟਣਾ ਕੀਤਾ ਸੀ। ਇਹਨਾਂ ਖੋਟੀ ਕਹਿ ਦੀਏ ਦਿਖਾਈ ਚਾਹੇ ਮਸੰਦਨ ਕੀ ਵਡਿਆਈ। ਔਰ ਮਾਨੋ ਇਸ ਦੇ ਦਿਨ ਮਾੜੇ ਆ ਗਏ। ਜਦੋਂ ਮਨੁੱਖ ਦੇ ਮਾੜੇ ਦਿਨ ਆਉਂਦੇ ਆ ਫਿਰ ਪੁੱਠੇ ਕੰਮ ਕਰਦਾ ਉਹ, ਤੇ ਆਹੀ ਗੱਲ ਇਹਦੇ ਨਾਲ ਹੋ ਗਈ ਭਾਈ ਸਾਹਿਬ ਨਾਲ। ਕਹਿੰਦੇ ਖੋਟੇ ਦਿਨ ਆਏ ਲੱਗਦੇ ਆ ਇਹਦੇ,
ਇਹ ਮਸੰਦਾਂ ਨੂੰ ਵਡਿਆਈ ਦਿਵਾਉਣੀ ਚਾਹੁੰਦਾ ਹੈ। ਜੇ ਨਹਿ ਦੇਹ ਕਹੈ ਸਵੇਰਾ ਲੂਟ ਲੀਜੀਐ ਮੂਰਖ ਡੇਰਾ। ਪਾਤਸ਼ਾਹ ਕਹਿੰਦੇ ਜਾਓ 2 ਜਣੇ ਜੇ ਉਹ ਗ੍ਰੰਥ ਨਾ ਦੇਵੇ ਤੇ ਉਹਦੇ ਘਰੋਂ ਚੱਕ ਲਿਆਓ ਲੁੱਟ ਕੇ। ਇਮ ਕਹੈ ਨਾਥ ਅਖੇ ਸਿਧਾਰੇ ਕਾਨਣ ਵਿਚਰੇ ਕੋਲ ਪਰ ਹਾਰੇ। ਇਹਨਾਂ ਕਹਿ ਕੇ ਸਤਿਗੁਰੂ 2 ਸਿੰਘਾਂ ਦੀ ਡਿਊਟੀ ਲਾ ਕੇ ਜੰਗਲ ਵੱਲ ਚਲੇ ਗਏ ਜੇ। ਸਾਧ ਪਹੁੰਚੇ ਤਬ ਆਏ ਬੈਠੇ ਆਨੰਦ ਚੰਦ ਜੈ ਠਾਏ। ਔਰ ਗੁਰੂ ਪਿਆਰਿਓ ਉਥੋਂ ਦੋਨੇ ਸਿੰਘ ਤੇ ਸਾਧ ਆਨੰਦ ਚੰਦ ਦੇ ਘਰ ਆ ਗਏ ਔਰ ਕਹਿੰਦੇ ਪ੍ਰਭ ਕੋ ਹੁਕਮ ਉਚਾਰਨ ਕੀਨਾ ਇਨ ਕੋ ਗ੍ਰੰਥ ਕਹਿਓ ਤੈ ਦੀਨਾ। ਔਰ ਆ ਕੇ ਸਿੰਘਾਂ ਨੇ ਕਿਹਾ ਵੀ ਭਾਈ ਤੂੰ ਇਹ ਸਾਧ ਦਾ ਗ੍ਰੰਥ ਕਿਉਂ ਨਹੀਂ ਦਿੰਦਾਗਾ? ਆਪਣੋ ਭਲੋ ਚਾਹਤ ਹੈ ਨਾਹੀ ਮਿਲਿਓ ਕੇ ਚਾਹੈ ਮਸੰਦਨ ਮਾਹੀ। ਕੀ ਤੂੰ ਆਪਣਾ ਭਲਾ ਨਹੀਂ ਚਾਹੁੰਦਾ? ਤੂੰ ਉਹਨਾਂ ਮਾੜੇ ਮਸੰਦਾਂ ਵਿੱਚ ਹੀ ਰਲਣਾ ਚਾਹੁੰਦਾ ਜਿਨ੍ਹਾਂ ਨੂੰ ਪਹਿਲਾਂ ਖਤਮ ਕੀਤਾ ਸਤਿਗੁਰ ਨੇ। ਆਪਣੋ ਰਾਖੀ ਤੋਹੇ ਬੜਾਏ ਨਤ ਡੇਰਾ ਦੂਰਨ ਲੁੱਟ ਜਾ। ਗੁਰੂ ਸਾਹਿਬ ਦਾ ਹੁਕਮ ਹੈ ਵੀ ਗ੍ਰੰਥ ਦੇ ਤੈਨੂੰ ਛੱਡ ਜਾਾਂਗੇ, ਨਹੀਂ ਤਾਂ ਸਾਨੂੰ ਹੁਕਮ ਹੈ ਉਹਦਾ ਡੇਰਾ ਲੁੱਟ ਲਿਆਓ ਸਾਰਾ। ਲਹੋ ਗ੍ਰੰਥ ਨਿਜ ਰਛਾ ਕਰੀਐ ਹੈ ਕਹਿਓ ਨਾਨਕ ਨਿਜ ਕਾਜ ਬਿਗੜੀਐ ਹੈ। ਇਹਦਾ ਗ੍ਰੰਥ ਮੋੜਦੇ ਆਪਣੇ ਆਪ ਨੂੰ ਬਚਾ ਲੈ। ਕਿਉਂ ਤੂੰ ਐਵੇਂ ਆਪਣਾ ਕੰਮ ਵਿਗਾੜਦਾ ਚੰਗਾ ਭਲਾ? ਗਰਭਤ ਬੋਲਿਓ ਗ੍ਰੰਥ ਨਾ ਦੇਹੋ ਗੁਰ ਬਣਾਈ ਵੇ ਸਮਰੱਥ ਨਾ ਹੋ। ਵਾਕਿਆ ਜਦੋਂ ਕਿਸੇ ਦਾ ਮੌਤ ਦਾ ਸਮਾਂ ਆਉਂਦਾ ਉਹ ਪੁੱਠੇ ਪਾਸੇ ਚੱਲ ਪੈਂਦਾ। ਕਹੋ ਸਤਨਾਮ। ਦੇਖੋ ਇੰਨਾ ਪਿਆਰ ਕਰਨ ਵਾਲੇ ਆਨੰਦ ਚੰਦ ਨੂੰ ਗੁਰੂ ਸਾਹਿਬ ਪਿਛਲੇ ਪੌਂਟਾ ਸਾਹਿਬ ਦੀ ਜੰਗ ਦੇ ਵਿੱਚ ਇਸ ਨੇ ਬੜੇ ਚੰਗੇ ਹੱਥ ਵਿਖਾਏ। ਪਾਤਸ਼ਾਹ ਨੇ ਬੜਾ ਇਸ ਦਾ ਸਤਿਕਾਰ ਕੀਤਾ, ਪਿਆਰ ਕੀਤਾ। ਪਰ ਅੱਜ ਇਹ ਕੀ ਹੋ ਗਿਆ? ਮੱਤ ਮਾਰੀ ਗਈ ਔਰ ਕਹਿਣ ਲੱਗਿਆ ਮੈਂ ਨਹੀਂ ਦਿੰਦਾ, ਮੈਂ ਗੁਰੂ ਹੋਰ ਬਣਾ ਸਕਦਾ। ਸ੍ਰੀ ਗੁਰ ਹਰਗੋਬਿੰਦ ਕੋ ਬੰਸ ਜਿਸ ਢਿਕ ਬੈਸੋ ਕਰੋ ਪਰ ਸੰਸ। ਹਰਗੋਬਿੰਦ ਸਾਹਿਬ ਦੀ ਬਹੁਤ ਵੱਡੀ ਵੰਸ਼ ਹੈ, 5 ਪੁੱਤਰ ਹੈਗਾ, ਉਹਨਾਂ ਦੇ ਪੋਤਰੇ ਪੜਪੋਤਰੇ ਹੈ। ਮੈਂ ਜਿਹਨੂੰ ਵੀ ਜਾ ਕੇ ਗੁਰੂ ਮੰਨ ਲਵਾਂ ਜਨਤਾ ਉਸੇ ਦੇ ਮਗਰ ਲਾ ਦਿਆਂਗਾ। ਬਿਰੰਗ ਸੰਗਤਾਂ ਤਹਾਂ ਬੁਲਾਵੋ ਦਰਬ ਅਪੂਰਨ ਦੇ ਕੁਝ ਵਾਵੋ। ਔਰ ਮੈਂ ਸੰਗਤਾਂ ਨੂੰ ਪ੍ਰੇਰਨਾ ਕਰਕੇ ਜਿਹਨੂੰ ਮਰਜੀ ਗੁਰੂ ਬਣਾ ਦੇਵਾਂ ਜੇ। ਸੁਣਤ ਵੈ ਸਿਗਣਤ ਵੈ ਬਖਾਨਾ ਦੇਹੋ ਆਪਨੇ ਅਬ ਕਿਰਪਾ ਨਿਧਾਨਾ। ਸਿੰਘ ਕਹਿੰਦੇ ਚੰਗਾ ਫਿਰ ਥੋੜਾ ਸਮਾਂ ਅਸੀਂ ਹੋਰ ਸੋਚਦੇ ਆ, ਗੁਰੂ ਸਾਹਿਬ ਨੂੰ ਵਾਪਸ ਆ ਜਾਣ ਦੇ। ਈਤੇ ਸੰਗ ਲਸੰਦਨ ਜੈਸੇ ਹੋਏ ਹੈ ਤੋਹੇ ਸਾਧ ਭੀ ਤੈਸੇ। ਲੱਗਦਾ ਜਿਵੇਂ ਉਹਨਾਂ ਮਸੰਦਾਂ ਨਾਲ ਹੋਈ ਹੈ ਤੇਰੇ ਨਾਲ ਵੀ ਉਹੀ ਹੋਣੀ ਆ। ਕੋਈ ਤੇਲ ਪਾ ਕੇ ਸਾੜੇ, ਕੋਈ ਪਾਣੀ ਵਿੱਚ ਗੁੜ ਉਬਾਲ ਕੇ ਉਹ ਤੱਤਾ ਗੁੜ ਉਹਨਾਂ ਤੇ ਪਾਇਆ ਸੀਗਾ। ਆ ਚਈਆ ਮਈਆ ਨਾਮ ਦਾ ਮਸੰਦ ਹੈ ਜਿਹੜਾ ਪੁੱਠਾ ਲਮਕਾ ਕੇ ਖਤਮ ਕੀਤਾ। ਇਹਨਾਂ ਮਸੰਦਾਂ ਦੀਆਂ ਗਲਤੀਆਂ ਬਹੁਤ ਵੱਡੀਆਂ ਸਨ। ਗੁਰੂ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਪਰ ਜਦੋਂ ਬੰਦਾ ਹੀ ਗਲਤ ਚੱਲ ਪਵੇ ਫਿਰ ਗੁਰੂ ਕੀ ਕਰੇ? ਫਿਰ ਇਹਨੂੰ ਆਪਣੇ ਕਰਮਾਂ ਦੇ ਫਲ ਭੋਗਣੇ ਪੈਂਦੇ ਆ। ਸਿੱਖ ਕਹਿਣ ਲੱਗੇ ਸਿੰਘ ਕਹਿੰਦੇ ਚੱਲ ਠੀਕ ਹੈ ਗੁਰੂ ਸਾਹਿਬ ਨੂੰ ਮੁੜ ਆਉਂਦੇ ਫਿਰ ਦੇਖਦੇ ਆ। ਹੁਕਮ ਹਟਾਏ ਗਰਭ ਤੇ ਕਹੈ ਗੁਰੂ ਬਣਾਵਣ ਮਮ ਕਰ ਅਹ। ਔਰ ਜਦੋਂ ਗੁਰੂ ਸਾਹਿਬ ਵਾਪਸ ਆ ਗਏ ਤੇ ਉਹਨਾਂ ਨੂੰ ਬੇਨਤੀ ਕਰਦੇ ਹਨ ਇਮ ਕਹਿ ਸਿੱਖ ਗਮਣੀ ਨਿਜ ਡੇਰੇ ਪਾਛੇ ਉਪਜਿਓ ਤਰਾਸ ਕਨੇਰੇ। ਹੁਣ ਇਹਦੇ ਮੂੰਹ ਚੋਂ ਗੱਲ ਤਾਂ ਭਾਵੀ ਨੇ ਹੋਣੀ ਨੇ ਕਢਵਾ ਦਿੱਤੀ, ਪਰ ਮਗਰੋਂ ਸੋਚਿਆ ਗੱਲ ਕਹਿੰਦੀ ਆ ਤੂੰ ਮੈਨੂੰ ਮੂੰਹ ਚੋਂ ਕੱਢ ਮੈਂ ਤੈਨੂੰ ਪਿੰਡ ਚੋਂ ਕੱਢਦੀ ਆ। ਕਹੋ ਸਤਨਾਮ ਸੀ। ਤਾਂ ਇਹਨੇ ਗੱਲ ਤਾਂ ਮੂੰਹ ਚੋਂ ਕੱਢ ਦਿੱਤੀ ਤੇ ਸਿੰਘ ਜਿਹੜੇ ਆਪਣੇ ਡੇਰੇ 'ਚ ਆ ਗਏ ਵੀ ਗੁਰੂ ਸਾਹਿਬ ਨੂੰ ਆ ਜਾਣ ਦਿਓ ਫਿਰ ਗੱਲ ਕਰਾਂਗੇ। ਮਗਰੋਂ ਇਸ ਨੂੰ ਡਰ ਲੱਗਣ ਲੱਗਿਆ। ਮਾਮਦਰ ਬਾਤ ਭਣੇ ਜਬ ਸੁਣ ਹੈ ਤਜ ਹੈ ਨਾ ਗਹਿ ਬੰਦ ਹੈ ਸਿੱਖ ਹਣ ਹੈ। ਉਹ ਹੁਣ ਸੋਚਦਾ ਵੀ ਜੇ ਗੁਰੂ ਸਾਹਿਬ ਨੂੰ ਸਿੰਘਾਂ ਨੇ ਦੱਸਿਆ ਵੀ ਆਨੰਦ ਚੰਦ ਏਦਾਂ ਬੋਲਦਾ ਸੀਗਾ ਤੇ ਮੈਨੂੰ ਵੀ ਗੁਰੂ ਸਾਹਿਬ ਕਿਤੇ ਪੁੱਠਾ ਹੀ ਨਾ ਲਮਕਾ ਲੈਣ। ਜੀਨ ਪਵਾਏ ਸੀਗਰ ਚੱਲ ਪਰਿਓ ਗ੍ਰੰਥ ਦਾਸ ਕੇ ਸਿਰ ਪਰ ਧਰਿਓ। ਔਰ ਉਸੇ ਵੇਲੇ ਘੋੜੇ ਤੇ ਕਾਠੀ ਪਾਈ ਤੇ ਨਾਲ ਜਿਹੜੇ ਇਹਦੇ ਨਾਲ ਦੇ ਸੰਗੀ ਸਾਥੀ ਸੀ ਦਾਸ ਨੌਕਰ ਚਾਕਰ ਜਿਨ੍ਹਾਂ ਦੇ ਨਾਲ ਪਿਆਰ ਸੀਗਾ ਉਹ ਨਾਲ ਲੈ ਲਏ ਤੇ ਕੁਝ ਸਮਾਨ ਚੱਕਿਆ ਸਮੇਤ ਗ੍ਰੰਥ ਦੇ ਭੱਜ ਲਿਆ। ਆਪਨ ਵਸਤ ਕੁਛ ਭਟ ਨਿਜ ਲੈ ਕੇ ਸਤਦਰ ਤਰਿਓ ਤਰੀ ਪਰ ਰਹਿ ਕੇ। ਸਤਲੁਜ ਦਰਿਆ ਨੂੰ ਪਾਰ ਕੀਤਾ ਕਿਸ਼ਤੀ ਤੇ ਬੈਠ ਕੇ। ਤਰਿਓ ਭਾਜ ਕਰ ਪੁਰ ਕਰਤਾਰਾ ਬਣ ਤੇ ਆਏ ਪ੍ਰਭੂ ਉਦਾਰਾ। ਔਰ
ਇਹ ਚਲਿਆ ਗਿਆ ਕਰਤਾਰਪੁਰ, ਜਿੱਥੇ ਧੀਰਮਲ ਵਰਗੇ ਰਹਿੰਦੇ ਸਨ ਸਾਰੇ। ਭਇਓ ਪਲਾਇਨ ਸੁਣ ਸੁਧ ਸਾਰੀ, ਸ਼ਰਾਪ ਹੇਤ ਗੁਰ ਗਿਰਾ ਉਚਾਰੀ। ਜਦੋਂ ਇਹ ਭੱਜ ਗਿਆ ਤੇ ਗੁਰੂ ਸਾਹਿਬਾਨ ਨੂੰ ਦੱਸਿਆ, ਇਹਨੂੰ ਸਿੰਘਾਂ ਨੇ ਵੀ ਮਹਾਰਾਜ ਏਦਾਂ ਉਹ ਭੱਜ ਗਿਆ, ਨਾਲ ਸਮਾਨ ਵੀ ਲੈ ਗਿਆ, ਗ੍ਰੰਥ ਵੀ ਲੈ ਗਿਆ। ਪਾਤਸ਼ਾਹ ਕਹਿੰਦੇ ਭਇਓ ਪਲਾਇਨ ਸੁਣ ਸੁਧ ਸਾਰੀ, ਸ਼ਰਾਪ ਹੇਤ ਗੁਰ ਗਿਰਾ ਉਚਾਰੀ। ਕੀ ਕਹਿੰਦੇ ਮੇਰੇ ਪ੍ਰੀਤਮ ਉਸ ਆਨੰਦ ਚੰਦ ਨੂੰ? ਅਤੇ ਮਸੰਦਨ ਜਿਨ ਲਖ ਭਾਜਾ, ਮਿੱਤਰ ਕੇ ਡਰ ਤੇ ਕੀਨ ਕੁਕਾਜਾ। ਕਹਿਣ ਲੱਗੇ ਇਹ ਮਸੰਦ ਜਿਹੜੀ ਮੌਤ ਤੋਂ ਡਰਦਾ ਭੱਜਿਆ ਹੈ, ਉਸ ਮੌਤ ਤੋਂ ਕਿਵੇਂ ਬਚੂਗਾ? ਜਿਵੇਂ ਆਮ ਕਹਾਵਤ ਹੈ, ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਇੱਕ ਸਾਧ ਦਾ ਚੇਲਾ ਕਹਿਣ ਲੱਗਿਆ, ਮਹਾਰਾਜ ਰਾਤ ਮੈਨੂੰ ਸੁਪਨਾ ਆਇਆ ਕਿ ਅੱਜ ਲੱਗਦਾ ਮੇਰੀ ਮੌਤ ਹੈ। ਸਾਧ ਕਹਿੰਦਾ ਭੱਜ ਲੈ, ਜੇ ਬਚਨ ਭੱਜਿਆ ਜਾਂਦਾ ਤਾਂ ਭਾਈ ਬਚਣਾ ਤਾਂ ਬਚ। ਕਹਿੰਦਾ ਜੀ ਮੈਂ ਕੀ ਕਰਾਂ? ਕਹਿੰਦਾ ਘੋੜਾ ਲੈ ਜਾ, ਭੱਜ। ਕਹਿੰਦਾ ਜੀ ਠੀਕ ਹੈ। ਤੜਕੇ ਉਹਨੇ ਘੋੜਾ ਖੋਲਿਆ ਤੇ ਭਜਾ ਲਿਆ ਮੌਤ ਤੋਂ ਬਚਣ ਵਾਸਤੇ। ਬੜਾ ਭਜਾਇਆ ਘੋੜੇ ਨੂੰ, 200-250 ਕਿਲੋਮੀਟਰ ਕੱਢ ਕੇ ਦੂਰ ਜਾ ਖੜਾ ਦਰਖਤ ਦੇ ਹੇਠਾਂ। ਕਹਿੰਦਾ ਵਾਹ ਬਈ ਵਾਹ, ਸ਼ਾਬਾਸ਼, ਹੁਣ ਨਹੀਂ ਮੈਂ ਮਰਦਾ। ਤੇ ਮਗਰੋਂ ਕਿਸੇ ਨੇ ਆ ਕੇ ਥਾਪੀ ਦਿੱਤੀ, ਕਹਿੰਦੇ ਤੈਨੂੰ ਇੱਥੇ ਹੀ ਮਾਰਨਾ ਸੀ, ਤਾਈਓ ਤਾਂ ਇੱਥੇ ਲਿਆਂਦਾ ਰਾਤ ਨੂੰ ਸੁਨੇਹਾ ਦੇ ਕੇ। ਕਹੋ ਸਤਨਾਮ, ਤੇਰੀ ਕਲਰੀ ਇੱਥੇ ਸੀਗੀ। ਮੈਂ ਤਾਂ ਸੋਚੀ ਜਾਂਦਾ ਸੀ, ਕਾਲ ਕਹਿੰਦਾ ਕਾਲ ਆ ਗਿਆ ਰੂਪ ਧਾਰ ਕੇ। ਕਹਿੰਦਾ ਮੈਂ ਤਾਂ ਸੋਚੀ ਜਾਂਦਾ ਸੀਗਾ ਵੀ ਇਹ ਬੰਦਾ 200 ਕੋਹ ਦੂਰ ਬੈਠਾ, ਇਹ ਤੜਕੇ ਐ ਟਾਈਮ ਤੇ ਉੱਥੇ ਕਿਵੇਂ ਪਹੁੰਚੂਗਾ? ਕਲਰੀ, ਮੌਤ ਦਾ ਸਮਾਂ ਤੇ ਮਰਨ ਦਾ ਬਹਾਨਾ, ਜਦੋਂ ਇਹ ਤਿੰਨੇ ਇਕੱਠੇ ਹੋ ਜਾਂਦੇ ਆ ਬੰਦੇ ਦੀ ਮੌਤ ਹੁੰਦੀ ਆ। ਕਹੋ ਸਤਨਾਮ ਸੀ। ਉਹ ਕਾਲ ਕਹਿੰਦਾ ਮੈਂ ਤਾਂ ਕੱਲ ਦਾ ਸੋਚੀ ਜਾਂਦਾ ਸੀ ਵੀ ਇਹ ਬੰਦੇ ਦੀ ਮੌਤ ਉੱਥੇ ਹੋਣੀ ਆ ਤੇ ਬੈਠਾ 200 ਕੋਹ ਦੂਰ ਹੈ। ਉਹ ਘੋੜੇ ਨੂੰ ਥਾਪੀ ਜਾਂਦਾ, ਵਾਹ ਬਈ ਵਾਹ, ਸ਼ਾਬਾਸ਼। ਤੇ ਮਗਰੋਂ ਆ ਕੇ ਕਹਿੰਦਾ ਵਾਹ ਸ਼ਾਬਾਸ਼ ਤੇਰੇ, ਮੈਂ ਵੀ ਇਹੀ ਚਾਹੁੰਦਾ ਸੀ ਤੂੰ ਇੱਥੇ ਪਹੁੰਚੇ, ਤੇਰੀ ਮੌਤ ਇਸੇ ਦਰਖਤ ਹੇਠਾਂ ਹੋਣੀ ਹੈ। ਕਹੋ ਸਤਨਾਮ ਸੀ। ਤੋ ਕਹਿਣ ਤੋਂ ਭਾਵ ਹੈ ਕਿ ਬੰਦਾ ਮੌਤ ਤੋਂ ਭੱਜਦਾ, ਪਰ ਮੌਤ ਉਹਨੂੰ ਉੱਥੇ ਲੈ ਜਾਂਦੀ ਹੈ। ਸ਼ਾਇਦ ਬੰਦਾ ਹੀ ਮੌਤ ਵੱਲ ਭੱਜ ਲੈਂਦਾ ਕਿ ਉਹਦੀ ਮੌਤ ਹੀ ਉੱਥੇ ਹੁੰਦੀ ਹੈ। ਇਹੀ ਆਨੰਦ ਚੰਦ ਗੁਰੂ ਸਾਹਿਬ ਨੂੰ ਛੱਡ ਕੇ ਨਾ ਭੱਜਦਾ, ਸ਼ਾਇਦ ਇੱਦਾਂ ਦੀ ਮੌਤ ਨਾ ਮਰਦਾ। ਪਰ ਭਾਵੀ ਤੇ ਹੋਣੀ ਨੂੰ ਕੌਣ ਟਾਲ ਸਕਦਾ ਹੈ? ਇਹ ਕਰਤਾਰਪੁਰ ਪਹੁੰਚ ਗਿਆ। ਪਾਤਸ਼ਾਹ ਕਹਿੰਦੇ ਜਿਹੜੀ ਮੌਤ ਤੋਂ ਡਰਦਾ ਭੱਜਿਆ, ਇਸ ਮੌਤ ਨੇ ਉੱਥੇ ਹੀ ਲਿਜਾਣਾ ਸੀ ਇਹਨੂੰ। ਅਬ ਜਹ ਜਹ ਮ੍ਰਿਤ ਤਿਸ ਆਗੇ, ਤਦਹ ਪ੍ਰਾਣ ਕਿਮ ਬਾਚੈ ਭਾਗੇ। ਹੁਣ ਇਹ ਜਿੰਨਾ ਮਰਜੀ ਭੱਜ ਲਵੇ, ਮੌਤ ਇਹਦੇ ਮਗਰ ਪੈ ਗਈ ਆ। ਦੁਨੀ ਚੰਦ ਵੀ ਭੱਜਿਆ ਸੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ। ਰਾਤ ਨੂੰ ਸੰਗੀਆਂ ਸਾਥੀਆਂ ਦੀ ਸਲਾਹ ਨਾਲ ਜਦੋਂ ਗੁਰੂ ਸਾਹਿਬ ਨੇ ਕੱਲ ਕਿਹਾ ਨਾ ਸੂਈਏ ਦੇ ਦਰਸ਼ਨ ਤੇ, ਮਹਾਰਾਜ ਪਹਾੜੀਆਂ ਨੇ ਇੱਕ ਹਾਥੀ ਤਿਆਰ ਕੀਤਾ, ਮਸਤ ਸ਼ਰਾਬ ਪਿਆ ਕੇ ਆਪਣੇ ਕਿਲੇ ਦਾ ਗੇਟ ਤੋੜਨਗੇ। ਫਿਰ ਕੀ ਹੋ ਗਿਆ? ਹਾਥੀ ਆਪਣੇ ਕੋਲੇ ਹੈਗਾ। ਕਿਹੜਾ ਜੀ? ਆ ਦੁਨੀ ਚੰਦ ਪਸੇਰੀ ਪਸੇਰੀ ਪੱਕਾ ਕੜਾ ਖਾ ਜਾਂਦਾ ਸੀ ਕੱਲਾ ਹੀ। ਕਹੋ ਸਤਨਾਮ, ਢਿੱਡ ਵੱਧ ਕੇ ਐਡਾ ਵੱਡਾ ਹੋਇਆ ਵਾ ਸੀਗਾ। ਤਾਂ ਪਾਤਸ਼ਾਹ ਨੇ ਬਖਸ਼ਿਸ਼ ਕਰਨੀ ਸੀ, ਸ਼ਾਇਦ ਜੀ ਉਹ ਗੱਲ ਮੰਨ ਲੈਂਦਾ। ਭਾਈ ਸਾਲੋ ਕਿਹਾ ਚੋ, ਭਾਈ ਬਹਿਲੋ ਕਿਹਾ ਚੋ, ਦੁਨੀ ਚੰਦ ਉਹਨਾਂ ਦਾ ਪੁੱਤਰ ਹੈ। ਪਰ ਕਿੱਥੇ ਬਖਸ਼ਿਸ਼ ਪ੍ਰਾਪਤ ਹੁੰਦੀ ਆ? ਸਾਰੀ ਰਾਤ ਕਦੇ ਕਿਸੇ ਕੋਲੇ ਜਾਂਦਾ, ਕਦੇ ਕਿਸੇ ਕੋਲੇ ਜਾਂਦਾ। ਯਾਰ ਗੁਰੂ ਸਾਹਿਬ ਨੂੰ ਸਮਝਾਓ, ਕਿਤੇ ਬੰਦਾ ਹਾਥੀ ਨਾਲ ਲੜਿਆ। ਉਹ ਕਹਿਣ ਤੂੰ ਘਬਰਾ ਨਾ, ਕੰਮ ਗੁਰੂ ਸਾਹਿਬ ਦਾ, ਤੈਨੂੰ ਤਾਂ ਵਡਿਆਈ ਦੇਣੀ ਆ। ਪਰ ਉਹਦਾ ਮਨ ਨਾ ਟਿਕਿਆ, ਉਹਨੇ ਕੰਧ ਟੱਪ ਕੇ ਛਾਲ ਮਾਰੀ, ਡਿੱਗਦੇ ਦੀ ਲੱਤ ਟੁੱਟ ਗਈ। ਜਿਹੜੇ ਇਹਦੇ ਸੰਗੀ ਸਾਥੀ ਸਨ ਮਾਝੇ ਦੇ ਇਲਾਕੇ ਦੇ, ਉਹ ਫਿਰ ਇਹਨੂੰ ਚੱਕ ਕੇ ਪਿੰਡ ਲਗਏ ਮਾਝੇ ਤੇ ਲਿਜਾ ਕੇ ਘਰੇ ਪਾਤਾ। ਔਰ ਘਰੇ ਰਾਤ ਨੂੰ ਜਿਹੜੀ ਕੋਠੜੀ 'ਚ ਪਾਇਆ, ਉੱਥੇ ਸੱਪ ਨਿਕਲ ਆਇਆ ਤੇ ਉਹ ਤੜਕੇ ਨੂੰ ਡੰਗ ਮਾਰ ਕੇ ਉੱਥੇ ਮਾਰ ਦਿੱਤਾ। ਕਹੋ ਸਤਨਾਮ, ਇਹਨੂੰ ਵੀ ਮੌਤ ਉੱਥੇ ਲੈ ਗਈ। ਜੇ ਗੁਰੂ ਕੋਲ ਰਹਿ ਜਾਂਦਾ ਕਿਤੇ ਗੱਲ ਮੰਨ ਕੇ, ਇਹ ਵੀ ਬਚ ਜਾਂਦਾ ਖੈਰ, ਪਰ ਭਾਰੀ ਹੋਣੀ ਬੰਦੇ ਨੂੰ ਉੱਥੇ ਲੈ ਹੀ ਜਾਂਦੀ ਆ। ਉਹੀ ਸਿੱਖ ਸੀਗੇ ਜਿਨ੍ਹਾਂ ਨੇ ਜਾ ਕੇ ਫਿਰ ਆਪਣੇ ਇਲਾਕੇ 'ਚ ਦੱਸਿਆ ਵੀ ਗੁਰੂ ਸਾਹਿਬ ਜੰਗਾਂ ਦੇ ਸਮੇਂ 'ਚ ਜੰਗ ਵਿੱਢਿਆ ਹੋਇਆ ਤੇ ਘੇਰਾ ਪਿਆ ਵਾ। ਜਿਹੜੇ ਇਸ ਦੁਨੀ ਚੰਦ ਮਸੰਦ ਦੇ ਸਾਥੀ ਸੀਗੇ, ਜਿਨ੍ਹਾਂ ਵਿੱਚ ਭਾਈ ਮਹਾਂ ਸਿੰਘ ਵੀ ਸੀ, ਹੋਰ ਸਾਥੀ ਵੀ ਸੀਗੇ, ਇਹ ਰਾਤੇ ਰਾਤ ਇਹਨੂੰ ਚੱਕ ਕੇ ਲੈ ਗਏ। ਜਦੋਂ ਉਹਨਾਂ ਬੀਬੀਆਂ ਨੂੰ ਪਤਾ ਲੱਗਿਆ, ਮਾਤਾ ਭਾਗੋ ਹੋਰਾਂ ਨੂੰ, ਬਈ ਇਸ ਤਰ੍ਹਾਂ ਗੁਰੂ ਸਾਹਿਬ ਜੰਗ ਦੇ ਵਿੱਚ ਖੜੇ ਆ ਤੇ ਇਹ ਸਾਰੇ ਛੱਡ ਕੇ ਆ ਗਏ ਉਹਨਾਂ ਨੂੰ, ਫਿਰ ਉਹਨਾਂ ਮਾਈਆਂ ਨੇ ਕਿਹਾ ਸੀਗਾ ਚਲੋ ਵਾਪਸ ਚੱਲੋ, ਨਹੀਂ ਤਾਂ ਤੁਸੀਂ ਪਾ ਲਓ ਚੂੜੀਆਂ, ਅਸੀਂ ਜਾ ਕੇ ਜੰਗ ਦੇ ਵਿੱਚ ਹਾਜ਼ਰ ਹੁੰਦੀਆਂ, ਤੁਸੀਂ ਮਾਝੇ ਨੂੰ ਦਾਗ ਲਾ ਜਾਂਦਾ। ਉੱਥੋਂ ਫਿਰ ਇਹ 2 4 ਜਾਂ 40 50 ਨਹੀਂ ਚੱਲੇ, 2 250 ਬੰਦਾ ਚੱਲਿਆ ਸੀਗਾ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਆਈਆਂ ਸੀਗੀਆਂ, ਨੰਬਰਦਾਰ ਹੋਰ ਮੁਖੀ ਬੰਦੇ ਵੀ ਸੀਗੇ, ਭਾਈ ਮਹਾਂ ਸਿੰਘ ਵੀ ਨਾਲ ਸੀ, ਬੀਬੀ ਮਾਤਾ ਭਾਗ ਕੌਰ ਵੀ ਨਾਲ ਸੀ।
तो इन्हां दा मिलाप होया रामे आने आके जदों पातशाह कोटकपूरे नूं जा रहे न मुक्तसर दे जंग वास्ते। कहो सतनाम। रामे आने फिर रस्ते च ही पड़ा कर लिया, जंगल विच रुक गए। और गुरु प्यारो जिहड़े अपने आप नूं सियाणे समझदे सी नंबरदार आदि, वो कहन लगे महाराज की खटिया जंगा युद्धां करके, साडी औरंगजेब नाल सिद्धि है, कहो तां तुहाडी संधि करवा दईए। पातशाह नूं गुस्सा आ गया, कहंदे ओए तुसीं सिख बन के आए हो कि गुरु बन के आए हो? मैनूं सिक्ख्या देण आए हो कि सिक्ख्या लैण आए हो? कहंदे महाराज साडी सिद्धि है। पातशाह कहंदे उदों कित्थे गए सीगे जदों पंजवें पातशाह नूं शहीद कीता, उदों संधि ना कराई तुहाडे लाहौर दे विच होया? उदों कित्थे जद तेग बहादुर ने शहीद किया दिल्ली विच, उदों तुसीं जाके रोकदे रंगे नूं। साडे साहिबजादे साडा परिवार शहीद हो गया, साडे सिंह शहीद हो गए, अज तुसीं आ गए सब कुछ लुटिया गया मेरा, और हुण कहने संधि करा दईए? बिल्कुल नहीं, जा भग जाओ। कहते जी सोनू गुरु नहीं मनते, जिहड़े बाहरे हंकारी नंबरदार आदि सी ना अमृतसर के इलाके दे, वो कहते सोनू गुरु नहीं मनते। फिर पातशाह कहते ना मनो, आ कागज़ ते मड़ जे सैन कर दिओ इत्थे, फिर मैं जिम्मेवार नहीं होऊंगा तुहाडा, क्योंकि गुरु जिम्मेवार है इत्थों दा भी ते उत्थों दा भी। को सतनाम। उत्ते पंक्ति लिख दिती कि तुसीं साडे गुरु नहीं, असीं तुहाडे सिख नहीं। ते थल्ले जिन्हां जिन्हां नंबरदारां ने सैन करने सी करते, जिहड़े हंकारी लोग सीगे उठ के चले गए। जब तुरन लगे तो माता भागो जी अड़ गए, कहनी भाई मैं तो नहीं जाती, मैं तो घरों पढ़न करके आई हाँ, जंग के मैदान में भावें मर जा, हुण घरे नहीं जाना। माई भागो की दलेरी देख के महा सिंह खड़ गया, महा सिंह नूं वेख के उहदे कुछ साथी खड़ गए, होर खड़ गए, होर खड़ गए। इउं 40 जने रुक गए तो बाकी चले गए। कहो सतनाम सी। गुरु साहब इन्नी गल कह के चिट्ठी इकट्ठी की ते खीसे च पा ली। अगे अगे गुरु साहब, पिछे पिछे 40 सिंघां दा जथा कोटकपूरे पहुँच गए। उन्हें अपनी कोठी ना दी, अपना घर ना दिता, किला ना दिता कपूरे ने। उतों पातशाह अमृतसर अपना मुक्तसर साहब पहुँच गए, और खिदराने की ढाब दे विच पानी सीगा, जंग वास्ते पानी की लोड़ है, पानी ते कब्जा कर लिया सिंघां ने। और मगरले पासे मुगलों की पहाड़ियां की फौज है रली मिली सारी, और विचाली ये जथा 40 सिंघां दा। गुरु साहब ने टिब्बी ते कब्जा कर लिया। उतों तीर चलाने बड़े सौखे सन, उच्चे थां तो नीवें थां नूं दुश्मन मारन लई। इस तरह सिंघां ने मोर्चे बंदी कर लई, और सिंघां ने वो टोभा जिहड़ा सीगा खिदराने की ढाब वो भी रोक लई पानी वास्ते। दुश्मन मगर आ गया, दुश्मन गुरु कोले पहुँचदा उदों पहला ही 40 सिंघां ने जंग शुरू कर दी। और ऐसी जंग की, ऐसी जंग की, सिंघां कोल पानी सीगा पीण नूं, उत्थों जल छक लैंदे। और दुश्मन जिहड़ा ध्याया मरदा अपना हज़ारां मनुखां दा नुकसान करा के पुट्ठा मुड़दा है। फिर उस इलाके दे सूहे तो पुछदे आ पानी कित्थे मिलूगा, वो कहंदा सामने ही आ, पर वो तो लड़के पीना पऊगा, अगले नेड़े नहीं लगन दिंदे। तो जे पिछे जाइए कहने पिछे 10 को तो होर छप्पड़ है, ढाब है, उत्थों मिल सकता। फिर उत्थों मुगलों की पहाड़ियां की फौज पिछे मुड़ गई। फिर गुरु साहब थले उतरे, तो वो जिन्हां दा लिखिया सीगा गुरु प्यारो बेदावा, असल विचों रामेण की धरती ते लिखिया गया सी। को सतनाम सी। और वो बेदावा सतगुरां की जेब दे विच ही सीगा, हले खीसे च ही सीगा। ते जदों पातशाह टिब्बी साहब तो थले आए, दुश्मन पिछे मुड़ गया नुकसान करा के आपदा। फिर सिंघां नूं लभदे लभदे वेखदे वेखदे भी विचाले कौन आ गया, साडी रक्षा ते विचाले साडे वल्लों कौन लड़िया। पता लग्या भी तो उही माई भागो ते भाई महा सिंह होरी आ माझे वाले। ते पातशाह जी ने फिर देखिया कोई जिउंदा होवे बचाईए उन्हां नूं। तो ये जरनैल जिहड़ा मुखी सी इन्हां दा वो जिउंदा सी, अजे सहकदा सीगा। गोडे ते उहदा सिर धर के ते फिर उसनूं जल पानी छकाया, अखां खोलियां उसने, अखां खोल के फिर बंद कर लियां, क्योंकि हुण गुरु नाल अख मिलाउणी औखी हो गई, क्योंकि गुरु तो बेमुख हो गए। जे को गुर ते बेमुख होवे बिन सतगुर मुक्त न पावे। पर अख मिलाउणी भी पैनी है। जे अज वो चिट्ठी ना पाड़ी गई तो फिर रहिंदी दुनिया तक माझे नूं दाग लग जाना है। को सतनाम सी। पातशाह कहंदे महा सिंह अख खोल। महाराज हुण केड़ी अख खोलना, कहंदे आही खोल सामने मेरे, ते झाक मेरे वाल। अखां खोलियां, हाँ महाराज बोल तैनूं की चाहीदा, तू अपना अपने वास्ते मां कहंदा मैनूं कुछ नहीं चाहीदा। कहंदे क्यों महाराज, तुहाडे तो साडा इलाका मानो बेमुख हो गया है। चिट्ठी लिख दी है, 100 ने 1000 ने, जिन्हें 200-250 बंदे जिन्हों ने सैन किया वो मुड़ गए, पर वो बहुत बड़ा दाग ला गए। वह जो बिदावे वाला कागज पाड़ दिओ। कहते छड्ड महा सिंह टुट्टी हुट्टी, ओदी गल छड्ड, तू मंग की मंगना।
ਜੇ ਤੈਨੂੰ ਠੀਕ ਕਰਕੇ ਇੱਥੋਂ ਦਾ ਰਾਜਾ ਬਣਾ ਦਿਆਂ ਮਾਤ ਲੋਕ ਦਾ। ਕਹਿੰਦਾ ਨਹੀਂ ਮਹਾਰਾਜ, ਦੇਵਲੋਕ ਦਾ ਰਾਜਾ, ਇੰਦਰ ਦਾ ਰਾਜਾ ਦੇ ਦਿਆਂ। ਕਹਿੰਦੇ ਨਹੀਂ ਜੀ, ਰਾਜ ਨ ਚਾਹੋ ਮੁਕਤ ਨ ਚਾਹੋ ਮਨ ਪ੍ਰੀਤ ਚਰਨ ਕਮਰਾਲੇ, ਮੇਰੇ ਤਾਂ ਚਰਨਾਂ 'ਚ ਹੀ ਰੱਖ ਲੈ। ਆ ਜਿਹੜੇ ਮੇਰੇ ਸਾਥੀ ਸ਼ਹੀਦ ਹੋ ਗਏ ਉਹਨਾਂ ਨੂੰ ਸੱਚਖੰਡ ਐਂਟਰੀ ਨਹੀਂ ਹੋ ਰਹੀ। ਅੱਗੋਂ ਹੁਕਮ ਹੁੰਦਾ ਹੈ ਕਿ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ ਹੋ, ਹੁਣ ਜਿੰਨਾ ਚਿਰ ਦੁਬਾਰਾ ਜਨਮ ਲੈ ਕੇ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰ ਬਖਸ਼ੇ ਨਹੀਂ ਜਾਓਗੇ। ਕਹੋ ਸਤਨਾਮ ਸੀ। ਤੇ ਮਹਾਰਾਜ ਕਦੋਂ ਉਹਨਾਂ ਨੇ ਜਨਮ ਲਿਆ, ਕਦੋਂ 84 ਲੱਖ ਜੂਨਾਂ ਭੋਗੀਆਂ। ਤੁਸੀਂ ਅੱਜ ਹੀ ਬੇਦਾਵਾ ਪਾੜ ਕੇ ਸਾਨੂੰ ਦੁਬਾਰੇ ਚਰਨੀ ਲਾਓ ਤੇ ਸਾਡੀ ਮੁਕਤੀ ਕਰੋ। ਤੇ ਸਤਿਗੁਰਾਂ ਨੇ ਫਿਰ ਬੇਦਾਵੇ ਵਾਲਾ ਕਾਗਜ਼ ਕੱਢਿਆ, ਖੋਲ ਕੇ ਉਹਦੀਆਂ ਅੱਖਾਂ ਦੇ ਸਾਹਮਣੇ ਕੀਤਾ, ਵੇਖ ਉਹੀ ਆ। ਕਹਿੰਦਾ ਜੀ ਬਿਲਕੁਲ ਉਹੀ ਆ, ਇਹਨੂੰ ਹੁਣ ਪਾੜ ਕੇ ਚੂਰਾ ਕਰ ਦਿਓ ਤਾਂ ਕਿ ਸਾਡਾ ਇਹ ਦਾਗ ਧੋਤਾ ਜਾਵੇ। ਜੀ ਉਦਣ ਮਹਾਂ ਸਿੰਘ ਇਹ ਕੰਮ ਨਾ ਕਰਦਾ ਫਿਰ ਅੱਜ ਤੱਕ ਇਹ ਦਾਗ ਥਾਂ ਥਾਂ ਤੇ ਉਚਾਰਨ ਹੋਣੀ ਸੀ। ਗੱਲ ਮਾਝੇ ਵਾਲੇ ਬੇਦਾਵਾ ਦੇ ਗਏ। ਕਹੋ ਸਤਨਾਮ। ਪਾਤਸ਼ਾਹ ਜੀ ਨੇ ਉਸੇ ਵੇਲੇ ਬੇਦਾਵੇ ਵਾਲਾ ਕਾਗਜ਼ ਪਾੜ ਕੇ ਹਵਾ 'ਚ ਉਡਾ ਦਿੱਤਾ। ਚੱਲ ਠੀਕ ਹੈ, ਫਿਰ ਪਹਿਲਾਂ ਕਹਿੰਦੇ ਟੁੱਟੀ ਹੁੱਟੀ, ਫਿਰ ਕਹਿੰਦੇ ਟੁੱਟੀ ਗੰਢੀ। ਕਹੋ ਸਤਨਾਮ। ਚੱਲ ਮਹਾਸਿਆਂ ਤੇਰੇ ਕਰਕੇ ਟੁੱਟੀ ਗੰਢ ਲਈ ਆ, ਹੁਣ ਜੋੜ ਲਿਆ ਸੁਣੋ। ਤੇ ਫਿਰ ਭਾਈ ਮਹਾਂ ਸਿੰਘ ਨੇ ਸੁਰਖਰੂ ਹੋ ਕੇ ਸਰੀਰ ਤੇ ਆ ਗਿਆ। ਔਰ ਮਾਤਾ ਭਾਗ ਕੌਰ ਜੀ ਤਾਂ ਫਿਰ ਨੰਦੇੜ ਸਾਹਿਬ ਤੱਕ ਨਾਲ ਗਏ ਆ, ਉਹ ਥੋੜੇ ਘੱਟ ਜ਼ਖਮੀ ਸਨ। ਤੋ ਕਹਿਣ ਤੋਂ ਭਾਵ ਹੈ ਕਿ ਜਦੋਂ ਕੋਈ ਗੁਰੂ ਤੋਂ ਬੇਮੁਖ ਹੁੰਦਾ ਹੈ ਫਿਰ ਕਿੰਨੇ ਦੁੱਖ ਭੋਗਣੇ ਪੈਂਦੇ ਐ। ਭਾਈ ਨੰਦ ਚੰਦ ਕਰਤਾਰਪੁਰ ਪਹੁੰਚ ਗਿਆ ਲੈ ਕੇ ਉਹ ਸਣੇ ਗ੍ਰੰਥ ਸਣੇ ਸਮਾਨ ਆਪਣਾ। ਬਾਬਾ ਜੀ ਕਹਿੰਦੇ ਜਿਹੜੀ ਮੌਤ ਤੋਂ ਡਰਦਾ ਭੱਜਿਆ ਬਚੂ ਕਿੱਥੇ ਹੁਣ। ਤਿਸੀ ਗ੍ਰੰਥ ਕਹੋ ਕਢਹਿ ਨਾ ਕੋਈ, ਗ੍ਰਾਮ ਦਰੁਲੀ ਥਿਰ ਹਵੈ ਸੋ। ਪਾਤਸ਼ਾਹ ਕਹਿੰਦੇ ਉਹ ਗ੍ਰੰਥ ਕਿਸੇ ਦੇ ਕੰਮ ਨਹੀਂ ਆਉਣਾਗਾ, ਕਿਸੇ ਨੇ ਪੜ੍ਹਨਾ ਨਹੀਂਗਾ। ਔਰ ਉਹ ਗ੍ਰੰਥ ਅੱਜ ਵੀ ਕਹਿੰਦੇ ਭਾਈ ਕੇ ਡਰੋਲੀ ਵਿੱਚ ਪਿਆ ਹੈ। ਕਿਸੇ ਸਾਧ ਨੇ ਆਪਦੇ ਅਲਫ ਲਿਖੇ ਸੀ, ਲਫ਼ਜ਼ ਲਿਖੇ ਸੀਗੇ ਗੁਰੂ ਦੀ ਸਿਫਤ ਵਿੱਚ, ਇਹਨੇ ਉਹ ਤੋਂ ਵੀ ਗਵਾਏ ਤੇ ਆਪਦੇ ਵੀ ਗਵਾਏ। ਤੋਂ ਨੰਦ ਚੰਦ ਤਾਂ ਭੱਜ ਗਿਆ ਤੇ ਪਾਤਸ਼ਾਹ ਕਹਿੰਦੇ ਉਹਦਾ ਘਰ ਲੁੱਟ ਲਿਓ ਸਾਰਾ ਹੁਣ। ਜਬ ਨੰਦ ਚੰਦ ਚਲ ਗਇਓ, ਨਰਮਠ ਧੀਰ ਮਲ ਕਹਿ ਦਿਓ। ਔਰ ਜਦੋਂ ਪਹੁੰਚਿਆ ਕਰਤਾਰਪੁਰ ਇਹਨੇ ਬੰਦਾ ਭੇਜਿਆ ਧੀਰਮਲ ਕੋਲੇ, ਜਿਹੜਾ ਗੁਰੂ ਬਣ ਕੇ ਬੈਠਾ ਸੀ ਨੌਵੇਂ ਪਾਤਸ਼ਾਹ ਵੇਲੇ, ਉਹ ਵਾਪਸ ਕਰਤਾਰਪੁਰ ਆ ਗਿਆ। ਫਿਰ ਉਹ ਜਿਹੜਾ ਗ੍ਰੰਥ ਸਾਹਿਬ ਸੀਗਾ ਪੰਜਵੇਂ ਪਾਤਸ਼ਾਹ ਵਾਲਾ ਉਹ ਵੀ ਧੀਰਮਲ ਕੋਲੇ ਸੀਗਾ। ਇਹਨੇ ਸੁਨੇਹਾ ਭੇਜਿਆ ਧੀਰਮਲ ਨੂੰ, ਸੁਧ ਕਰ ਮਿਲਿਓ ਹੰਕਾਰਤ ਕਹੈ, ਲੱਖ ਹੋ ਸੰਗਤ ਮਨ ਵਸ ਵਹੈ। ਉਹ ਨੰਦ ਚੰਦ ਕਹਿਣ ਲੱਗਿਆ ਜਦੋਂ ਉਹਨੇ ਬੁਲਾਇਆ ਉਸ ਨੂੰ ਪਤਾ ਲੱਗਣ ਤੇ, ਕਹਿੰਦਾ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਬੜੀ ਸੰਗਤ ਜੋੜ ਦਿਆਂਗਾ, ਮੈਂ ਤੁਹਾਨੂੰ ਗੁਰੂ ਬਣਾਵਾਂਗਾ। ਅਸੀਂ ਮੇਰੇ ਨਾਲ ਬਹੁਤ ਸੰਗਤ ਜੁੜੀ ਹੋਈ ਹੈ, ਮੈਂ ਸਾਰੀ ਪ੍ਰੇਰਨਾ ਕਰਕੇ ਤੁਹਾਡੇ ਕੋਲੇ ਲਿਆਵਾਂਗਾ। ਨੰਦ ਚੰਦ ਕਹਿੰਦਾ ਕਰ ਗੁਰ ਤੁਝ ਕੋ ਧਨ ਅਰਪਾਵੋ, ਸਭ ਦਿਸ ਕੇ ਸਿਖਿਆਣ ਚੁਕਾਵੋ। ਕਿਉਂਕਿ ਇਹਨੂੰ ਹੰਕਾਰ ਹੋ ਗਿਆ ਕਿ ਮੇਰੇ ਨਾਲ ਬੜੇ ਲੋਕ ਜੁੜੇ ਐ, ਪਰ ਉਹਨਾਂ ਚਿਰ ਹੀ ਜੁੜੇ ਆ ਜਿੰਨਾ ਚਿਰ ਅਸੀਂ ਇਹਨਾਂ ਨਾਲ ਜੁੜੇ ਆ। ਜਦੋਂ ਇਹਨਾਂ ਨਾਲ ਅਸੀਂ ਟੁੱਟ ਗਏ ਤੇ ਫਿਰ ਸਮਝੋ ਸਭ ਟੁੱਟ ਗਏ। ਆ ਕਿੰਨੀਆਂ ਸੁੱਚਾਂ ਲੱਗੀਆਂ, ਇਹ ਤਾਂ ਹੀ ਚੱਲਦੀਆਂ ਜੇ ਮੇਨ ਸੋ ਜੁੜੀ ਹੈ। ਜੇ ਉਹ ਕੱਟਦੀ ਹੈ ਤੇ ਸਾਰੀਆਂ ਕੱਟੀਆਂ ਜਾਣਗੀਆਂ। ਕਹੋ ਸਤਨਾਮ। ਇਹਨੂੰ ਹੰਕਾਰ ਹੋ ਗਿਆ ਬਈ ਮੇਰੇ ਨਾਲ ਬੜੇ ਲੋਕ ਜੁੜੇ ਹੋਏ ਐ, ਮੈਂ ਸਾਰਿਆਂ ਨੂੰ ਤੇਰੇ ਚਰਨਾਂ ਵਿੱਚ ਝੁਕਾ ਦਿਆਂਗਾ, ਮੈਂ ਤੈਨੂੰ ਗੁਰੂ ਬਣਾ ਦਿਆਂਗਾ। ਬਸ ਇਹਨਾਂ ਮਸੰਦਾਂ ਨੂੰ ਇਹੀ ਹੰਕਾਰ ਹੋ ਜਾਂਦਾ ਸੀਗਾ ਵੀ ਜਿਹਨੂੰ ਅਸੀਂ ਗੁਰੂ ਬਣਾਈਏ ਦੁਨੀਆ ਉਸੇ ਨੂੰ ਮੰਨੂਗੀ। ਪਰ ਗੁਰੂ ਸਾਹਿਬ ਨੇ ਮਸੰਦਾਂ ਵਾਲਾ ਫਸਤੇ ਵੜ ਦਿੱਤਾ। ਕਈਆਂ ਨੂੰ ਅੱਗ ਵਿੱਚ ਸਾੜਿਆ, ਕਈਆਂ ਤੇ ਤੱਤਾ ਪਾਣੀ ਪਾ ਕੇ ਮਾਰਿਆ ਗੁੜ ਵਾਲਾ, ਕਈਆਂ ਨੂੰ ਤਪਦੇ ਕੜਾਹੇ ਵਿੱਚ ਸਿੱਟਿਆ ਤੇ ਕਈਆਂ ਨੂੰ ਪੁੱਠੇ ਸਿੱਧੇ ਲਮਕਾ ਕੇ ਮਾਰਿਆ ਤੇ ਗਾਹਾਂ ਤੋਂ ਆਗਿਆ ਦੇਤੀ, ਹੁਕਮ ਦੇਤਾ ਅੱਜ ਤੋਂ ਮੇਰਾ ਕੋਈ ਮਸੰਦ ਨਹੀਂ, ਕੋਈ ਏਜੰਟ ਨਹੀਂਗਾ। ਜੇ ਕੋਈ ਆਉਂਦਾ ਉਹਨੂੰ ਮੇਰਾ ਹਿੱਸਾ ਕਿਸੇ ਨੇ ਨਹੀਂ ਦੇਣਾ। ਔਰ ਏਦਾਂ ਗੱਲਾਂ ਕਰਕੇ ਧੀਰਮਲ ਇਹਨੇ ਇੱਥੇ ਰਾਤ ਕੱਟੀ ਹੈ। ਫਿਰ ਇਹਦੀ ਮੌਤ ਅੱਗੇ ਕਿਵੇਂ ਹੁੰਦੀ ਹੈ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्वमय, हे संगी हे निरंकार, हे निर्गुण
हे गोबिंद हे गुण निधान कै सदा विवेक हे अपरंपर हर हरे है पियोवन हे संत कै सदा संग हे ठाकुर हों दासरो मैं निर्गुण गुण नहीं नानक दीजै नाम दान आए प्रभ शरणागति कृपा निध एक अखर हर मन बसत एक अंकारा सतगुरु ते प्रसाद सच वाहिगुरु जी की फतेह है वाहिगुरु जी की फतेह है वाहिगुरु जी का खालसा वाहिगुरु जी की फतेह। बहुत बहुत